ਇਹ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ, ਇਹ ਗਾਇਕਾਂ ਦੇ ਵਿੱਚੋਂ ਵੀ 5-7 ਲੀਡਰ ਕੱਢ ਸਕਦਾ, ਕਿਉਂਕਿ 1-2 ਗਾਇਕਾਂ ਨੇ ਤਾਂ ਐਲਾਨ ਵੀ ਕਰਤਾ ਕਿ ਚੋਣ ਲੜਾਂਗੇ। ਤੁਹਾਨੂੰ ਲੱਗਦਾ ਹੈ ਕਿ 5-7 ਗਾਇਕ ਇਹੋ ਜਿਹੇ ਹੈਗੇ ਆ ਜਿਹੜੇ ਲੀਡਰਾਂ ਨੂੰ ਢਾਹ ਲੈਣਗੇ ਰਵਾਇਤੀਆਂ ਨੂੰ? ਪਹਿਲਾਂ ਹੀ ਮੋਦੀ ਸਰਕਾਰ ਬਹਾਨਾ ਹੀ ਭਾਲਦੀ ਸੀ ਕਿ ਜਿਹੜੀ ਇਹਨਾਂ ਤੋਂ ਅਕਾਲੀਆਂ ਤੋਂ ਖਹਿੜਾ ਛੁਡਾਇਆ ਜਾਂਦਾ, ਤਾਂ ਖਹਿੜਾ ਤਾਂ ਛੁੱਟ ਗਿਆ। ਹੁਣ ਕਹਿੰਦੇ ਜੇ ਸੋਧ ਹੋ ਜਾਂਦੀ ਆ ਤਾਂ ਹੋ ਸਕਦਾ ਹੈ, ਕਿਆਸਾਂ ਰਹੀਆਂ ਜ਼ਰੂਰ ਨੇ, ਹੋ ਸਕਦਾ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੀ ਵਾਪਸੀ ਕਰ ਸਕਦੇ ਹੋਣ ਭਾਜਪਾ ਦੇ ਵਿੱਚ, ਤੇ ਢੀਂਡਸਾ ਧੜਾ ਵੀ ਜਿਹੜਾ ਜਾ ਕੇ ਮਿਲ ਲਵੇ ਉਹਨਾਂ ਦੇ ਨਾਲ? ਜਿਸ ਤਰ੍ਹਾਂ ਦੀ ਰਾਜਨੀਤੀ ਸਾਡੇ ਦੇਸ਼ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਚੱਲ ਰਹੀ ਹੈ, ਉਹਦੇ 'ਚ ਕੁਝ ਵੀ ਸੰਭਵ ਹੋ ਸਕਦਾ। ਕੁਝ ਗਾਇਕ ਇਸ ਤਰ੍ਹਾਂ ਦੇ ਆ ਜਿਹੜੇ ਜੈਨੂਇਨਲੀ ਲੋਕਾਂ ਦਾ ਦਰਦ ਵੀ ਮਹਿਸੂਸ ਕਰਦੇ ਆ, ਤੇ ਉਹ ਕਲਾਕਾਰਾਂ ਦਾ ਇੱਕ ਆਪਣਾ ਸਨਮਾਨ ਹੈ। ਆਪਸੀ ਭਾਈਚਾਰਕ ਸਾਂਝ ਵੀ ਇਹ ਬਿੱਲਾਂ ਦੇ ਕਰਕੇ ਜਿਹੜੀ ਖਤਮ ਹੋ ਸਕਦੀ ਹੈ, ਖਤਰਾ ਬਣਿਆ ਹੋਇਆ। ਤਾਂ ਮੋਦੀ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਤਾਂ ਜ਼ਰੂਰ ਚਾਹੀਦਾ। ਉਹਨਾਂ ਨੇ ਤਾਂ ਆਪਣੇ ਜਿਹੜੇ ਪੁਰਾਣੇ ਭਾਈਵਾਲ ਸੀ, ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਤਾਜ਼ਾ ਹੀ ਟੁੱਟਿਆ। ਹਾਲੇ 2-4 ਦਿਨ ਵੀ ਨਹੀਂ ਹੋਏ, ਇਹਨਾਂ ਤਾਂ ਡਾਂਗ ਕੱਲ੍ਹ ਹੀ ਫੇਰਤੀ ਚੰਡੀਗੜ੍ਹ ਦੇ ਵਿੱਚ ਅਕਾਲੀਆਂ ਤੇ ਹੁਣ ਲੱਗਦਾ ਹੈ ਕਿ ਇਹ ਗੁੱਟਬੰਦੀ ਰਾਹੁਲ ਗਾਂਧੀ ਖਤਮ ਕਰ ਸਕਦੇ ਆ, ਕਿਉਂਕਿ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੂਹਰੇ ਲੈ ਕੇ ਆਉਂਦੇ ਆ ਰਾਹੁਲ ਗਾਂਧੀ, ਤਾਂ ਫਿਰ ਨਵਜੋਤ ਸਿੰਘ ਸਿੱਧੂ ਮੈਨੂੰ ਨਹੀਂ ਲੱਗਦਾ ਕਾਂਗਰਸ ਦੇ ਵਿੱਚ ਠਿੱਕ ਪਾਉਣਗੇ। ਜੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਂਦੇ ਆ ਤਾਂ ਪਿਛਲੀ ਵਾਰ ਨੂੰ ਕਿਤੇ ਜਾਟ ਮਹਾਸਭਾ ਦੁਬਾਰਾ ਨਾ ਉੱਠ ਖੜੇ ਕੈਪਟਨ ਅਮਰਿੰਦਰ ਸਿੰਘ। ਤੁਹਾਡੀ ਗੱਲ ਠੀਕ ਹੈ, ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਉਹ ਸਰਕਾਰ ਸੋਚਦੀ ਹੀ ਨਹੀਂ ਇਸ ਦੇ ਬਾਰੇ, ਕਿਉਂਕਿ ਉਹਨਾਂ ਨੂੰ ਆਪਣਾ ਜਿਹੜਾ ਉਹਨਾਂ ਦਾ ਤੈਅਸ਼ੁਦਾ ਏਜੰਡਾ ਹੈ ਡਿਵਿਸਿਵ ਪੋਲਿਟਿਕਸ ਦਾ, ਉਸ ਦੇ ਉੱਤੇ ਉਹ ਇੰਨੀ ਪੂਰੀ ਤਰ੍ਹਾਂ ਬਜ਼ਿਦ ਨੇ, ਔਰ ਆਪਣੇ ਏਜੰਡੇ ਨੂੰ ਜਿਹੜੇ ਉਹਨਾਂ ਦੇ ਬਕਾਇਆ 4 ਸਾਲ ਰਹਿ ਗਏ ਉਹਦੇ ਵਿੱਚ ਕਿਸ ਤਰ੍ਹਾਂ ਲਾਗੂ ਕਰਨਾ, ਉਸ ਪ੍ਰਤੀ ਇੰਨੇ ਬਜ਼ਿਦ ਨੇ ਕਿ ਉਹਦੇ ਬਾਰੇ ਪਰਵਾਹ ਹੀ ਨਹੀਂ ਕਰ ਰਹੇ। ਵਾਪਸ ਲੈਣਾ ਉਹਨਾਂ ਦੇ ਲਈ ਇੱਕ ਕਿਸਮ ਦੀ ਪੋਲੀਟੀਕਲ ਸੁਸਾਈਡ ਸਾਬਤ ਹੋਏਗਾ। ਤੁਸੀਂ ਤਰੱਕੀ ਦੀ ਗੱਲ ਕੀਤੀ ਹੈ, ਤਰੱਕੀ ਤਾਂ ਭੋਗਲ ਸਾਹਿਬ ਭਾਰਤ ਦੇ ਵਿੱਚ ਅਜਿਹੀ ਹੈ ਕਿ ਯੂਪੀ ਦੇ ਵਿੱਚ ਇੱਕ ਲੜਕੀ ਦਾ ਰੇਪ ਹੋ ਜਾਂਦਾ ਹੈ। ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਤੇ ਭਖਦੇ ਮੁੱਦਿਆਂ ਤੇ। ਇੱਕ ਤਾਂ ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ, ਗਾਇਕਾਂ ਦੇ ਵੱਲੋਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸੰਘਰਸ਼ ਵਿੱਢਿਆ ਗਿਆ, ਤਾਂ ਉੱਥੇ ਹੀ ਵੱਡਾ ਇੱਕ ਸਿਆਸੀ ਧਮਾਕਾ ਵੀ ਹੋਇਆ ਸੀ ਕਿ ਪਹਿਲਾਂ ਤਾਂ ਕੈਬਨਿਟ ਦੇ ਵਿੱਚੋਂ ਅਸਤੀਫਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਉਸੇ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ, ਤੇ ਉਸ ਤੋਂ ਬਾਅਦ 23 ਸਾਲ ਪੁਰਾਣਾ ਜਿਹੜਾ ਗਠਜੋੜ ਵੀ ਟੁੱਟ ਗਿਆ ਸੀ। ਲਗਾਤਾਰ ਕੱਲ੍ਹ ਵੀ ਪ੍ਰਦਰਸ਼ਨ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੰਡੀਗੜ੍ਹ ਜਾਣਾ ਚਾਹੁੰਦੇ ਸੀਗੇ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ, ਤਾਂ ਉੱਥੇ ਪੁਲਿਸ ਦੇ ਵੱਲੋਂ ਜੰਮ ਕੇ ਜਿਹੜੀ ਡਾਂਗ ਫੇਰੀ ਗਈ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਪਰ। ਤਾਂ ਉੱਥੇ ਹੀ ਰਾਹੁਲ ਗਾਂਧੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ ਪੰਜਾਬ ਆ ਰਹੇ ਨੇ, ਤੇ ਕਿਆਸਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਰਾਹੁਲ ਗਾਂਧੀ ਦਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਘੱਟ, ਤੇ ਪੰਜਾਬ ਕਾਂਗਰਸ ਦੀ ਜਿਹੜੀ ਧੜੇਬੰਦੀ ਹੈ ਉਹਨੂੰ ਖਤਮ ਕਰਨ ਦੇ ਲਈ ਇਹ ਦੌਰਾ ਜ਼ਿਆਦਾ ਮੰਨਿਆ ਜਾ ਰਿਹਾ। ਖਾਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਵਾਇਦ ਜਿਹੜੀ ਚੱਲ ਰਹੀ ਹੈ। ਇਹ ਸਭ ਕੁਝ ਕਿਉਂ ਹੋ ਰਿਹਾ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪੋਲੀਟੀਕਲ ਰਾਜਨੀਤਿਕ ਮਾਹਰ ਦੇ ਤੌਰ ਤੇ ਪ੍ਰੋਫੈਸਰ PS ਭੋਗਲ ਮੌਜੂਦ ਰਹਿਣਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਵੈਲਕਮ ਸੁਖਵਿੰਦਰ, ਤੁਸੀਂ ਅੱਜ ਇੱਕ ਵਾਰੀ ਫੇਰ ਆਏ ਹੋ ਲੁਧਿਆਣੇ। ਸਾਰਾ ਪੰਜਾਬ ਘੁੰਮਦੇ ਹੋ ਤੇ ਗੱਲਬਾਤ ਤੁਸੀਂ ਮੇਰੇ ਨਾਲ ਲੁਧਿਆਣੇ ਕਰਨ ਆਏ ਹੋ, ਉਹ ਵੀ ਰਾਜਨੀਤੀ ਦੇ ਬਾਰੇ। ਚਲੋ ਠੀਕ ਹੈ ਭੋਗਲ ਸਾਹਿਬ, ਸ਼ੁਰੂਆਤ ਆਪਾਂ ਇਹੀ ਕਰਨੀ ਚਾਹਾਂਗੇ। ਪਿਛਲੀ ਵਾਰ ਜਦੋਂ ਆਪਾਂ ਗੱਲਬਾਤ ਕੀਤੀ ਸੀ ਤਾਂ ਉਹਦੇ ਵਿੱਚ ਉਦੋਂ ਜਿਹੜੇ ਖੇਤੀ ਬਿੱਲ ਜਿਹੜੇ ਸੀਗੇ ਉਹ ਕਾਨੂੰਨ ਨਹੀਂ ਸੀ ਬਣੇ। ਹੁਣ ਕਾਨੂੰਨ ਬਣ ਚੁੱਕੇ ਨੇ। ਬੇਸ਼ੱਕ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਗਠਜੋੜ ਵੀ ਤੋੜਤਾ, ਅਸਤੀਫਾ ਵੀ ਦੇਤਾ, ਪਰ ਕਿਸੇ ਤਰੀਕੇ ਦਾ ਮੋਦੀ ਸਰਕਾਰ ਦੇ ਉੱਪਰ ਜਿਹੜਾ ਪ੍ਰੈਸ਼ਰ ਨਹੀਂ ਬਣਾ ਸਕੇ। ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਗਠਜੋੜ ਤੋੜਨ ਤੋਂ ਬਾਅਦ, ਅਸਤੀਫਾ ਦੇਣ ਤੋਂ ਬਾਅਦ ਪ੍ਰੈਸ਼ਰ ਨਹੀਂ ਬਣਿਆ, ਹੁਣ ਸਿਰਫ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਮੋਦੀ ਦੇ ਉੱਪਰ ਪ੍ਰੈਸ਼ਰ ਬਣਾ ਪਾਉਣਗੇ ਅਕਾਲੀ ਦਲ? ਕਾਨੂੰਨ ਬਣ ਗਿਆ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਈਨ ਕਰ ਦਿੱਤੇ। ਹਾਲਾਂਕਿ ਕੁਝ ਰਾਜਨੀਤਿਕ ਹਲਕਿਆਂ ਦੇ ਵਿੱਚ ਇਸ ਚੀਜ਼ ਦੀ ਥੋੜ੍ਹੀ ਬਹੁਤ ਉਮੀਦ ਸੀ ਕਿ ਸ਼ਾਇਦ ਰਾਸ਼ਟਰਪਤੀ, ਕਿਉਂਕਿ ਬਿੱਲ ਪਾਸ ਕਰਨ ਦੇ ਰਾਜ ਸਭਾ ਦੇ ਵਿੱਚ ਜੋ ਕੁਝ ਹੋਇਆ ਉਸ ਦੇ ਨਾਲ ਥੋੜ੍ਹੀ ਕੰਟਰੋਵਰਸੀ ਪੈਦਾ ਹੋਈ ਸੀ, ਪਰ ਰਾਸ਼ਟਰਪਤੀ ਸਾਹਿਬ ਨੇ ਉਸ ਨੂੰ ਵਾਪਸ ਨਹੀਂ ਭੇਜਿਆ ਜਾਂ ਕੋਈ ਉਸ ਦੇ ਉਹਨਾਂ ਨੇ ਸਾਈਨ ਕਰ। ਬਾਕੀ ਰਹੀ ਗੱਲ ਕਿ ਹੁਣ ਬਿੱਲ ਪਾਸ ਹੋਣ ਤੋਂ ਬਾਅਦ ਵਿਰੋਧੀ ਦਲ ਜਿਹੜੇ ਹੈਗੇ ਆ ਉਹ ਸਰਕਾਰ 'ਤੇ ਪ੍ਰੈਸ਼ਰ ਬਣਾਉਣਾ ਚਾਹੁੰਦੇ ਆ ਕਿ ਇਹਨਾਂ ਦੇ ਵਿੱਚ ਕੋਈ ਤਰਮੀਮ ਕੀਤੀ ਜਾਵੇ। ਮੰਗ ਤਾਂ ਇਹ ਹੈ ਕਿ ਇਹਨਾਂ ਨੂੰ ਵਾਪਸ ਲਿਆ ਜਾਵੇ, ਔਰ ਸਰਕਾਰ ਫਿਲ ਵਕਤ ਕਿਸੇ ਪ੍ਰੈਸ਼ਰ ਦੇ ਵਿੱਚ ਆ ਰਹੀ ਲੱਗਦੀ ਨਹੀਂ ਹੈ। ਹਾਲਾਂਕਿ ਖਾਸ ਤੌਰ 'ਤੇ ਉੱਤਰੀ ਭਾਰਤੀ ਜਿਹੜੀਆਂ ਰਿਆਸਤਾਂ ਨੇ, ਪੰਜਾਬ ਔਰ ਹਰਿਆਣਾ, ਜਿੱਥੇ ਕਿ ਐਗਰੀਕਲਚਰ ਮੇਨ ਇੱਕ ਲੋਕੇਸ਼ਨ ਹੈ, ਉੱਥੇ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੇ ਨੇ।
ਔਰ ਨਾ ਕੇਵਲ ਕਿਸਾਨ ਬਲਕਿ ਜ਼ਿੰਦਗੀ ਦੇ ਤਕਰੀਬਨ ਹਰ ਵਰਗ ਦੇ ਲੋਕ ਪ੍ਰੋਟੈਸਟ ਕਰ ਰਹੇ ਨੇ। ਲੇਕਿਨ ਤੁਸੀਂ ਠੀਕ ਕਿਹਾ ਕਿ ਹਾਲੇ ਤੱਕ ਕੇਂਦਰੀ ਸਰਕਾਰ ਉਸ 'ਤੇ ਪ੍ਰੈਸ਼ਰ ਦੇ ਵਿੱਚ ਆਈ ਜਿਹੜੀ ਹੈ ਉਹ ਨਹੀਂ ਲੱਗਦੀ। ਉਹਦੀ ਵਜ੍ਹਾ ਇਹ ਹੈ ਕਿ ਕੇਂਦਰੀ ਸਰਕਾਰ ਜਿਹੜੀ ਹੈ, ਇੱਕ ਤਾਂ ਉਹਨਾਂ ਕੋਲ ਸੰਸਦ ਦੇ ਵਿੱਚ ਮੈਜੋਰਿਟੀ ਹੈ, ਲੋਕ ਸਭਾ ਦੇ ਵਿੱਚ ਮੈਜੋਰਿਟੀ ਹੈ, ਬਹੁਤ ਸਾਰੀਆਂ ਰਿਆਸਤਾਂ 'ਚ ਉਹਨਾਂ ਦੀ ਸਰਕਾਰ ਹੈ। ਦੂਸਰਾ, ਉਸ ਸਰਕਾਰ, ਪਿਛਲੇ ਵਾਰੀ ਵੀ ਆਪਾਂ ਗੱਲ ਕੀਤੀ ਸੀ ਕਿ ਉਹ ਇੱਕ ਐਸੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਦਾ ਰਾਜਨੀਤਿਕ ਏਜੰਡਾ ਜਿਹੜਾ ਹੈਗਾ ਉਹ ਬੜਾ ਮੁਖਤਲਿਫ ਕਿਸਮ ਦਾ ਹੈ। ਸਾਡੇ ਜਿਹੜੀ ਭਾਰਤ ਦੀ ਪਹਿਲਾਂ ਰਾਜਨੀਤੀ ਚੱਲਦੀ ਰਹੀ ਉਸ ਨਾਲੋਂ ਫਰਕ ਹੈ। ਉਹਨਾਂ ਦੇ ਕੋਲ ਆਪਣਾ ਇੱਕ ਕਮਿਟਡ ਕੈਡਰ ਹੈ ਔਰ ਉਸ ਕੈਡਰ ਦੇ ਕਰਕੇ ਹੀ ਉਹ ਇੰਨੇ ਕੁ ਆਸਵੰਦ ਨੇ ਕਿ ਉਹ ਇਸ ਪ੍ਰੋਟੈਸਟ ਨੂੰ, ਇਹ ਜੋ ਕੁਝ ਪ੍ਰਦਰਸ਼ਨ ਹੋ ਰਹੇ ਨੇ, ਇਹ ਅਲਟੀਮੇਟਲੀ ਇਹਨਾਂ ਨੂੰ ਟਿਕਾ ਲੈਣਗੇ ਜਾਂ ਤੋੜ ਲੈਣਗੇ ਜਾਂ ਇਹਨਾਂ ਨੂੰ ਸ਼ਾਂਤ ਕਰ ਪਾਉਣਗੇ। ਇਸ ਕਰਕੇ ਇਸ ਦਾ ਜਿਹੜਾ ਹੈਗਾ ਉਸ ਤਰ੍ਹਾਂ ਦਾ ਅਸਰ ਜਿੱਦਾਂ ਦਾ ਹੋਣਾ ਚਾਹੀਦਾ ਸੀ, ਜਿਸ ਤਰ੍ਹਾਂ ਦਾ ਸੋਚਿਆ ਜਾਂਦਾ ਸੀ ਕਿ ਹੋਏਗਾ, ਉਹ ਹਾਲੇ ਤੱਕ ਨਹੀਂ ਹੋਇਆ। ਪ੍ਰਦਰਸ਼ਨਾਂ ਦੇ ਵਿੱਚ ਦਮ ਨਹੀਂ ਹੈਗਾ ਜਾਂ ਮੋਦੀ ਸਰਕਾਰ ਬੇਪਰਵਾਹ ਹੈ? ਨਹੀਂ, ਪ੍ਰਦਰਸ਼ਨਾਂ ਦੇ ਵਿੱਚ ਦੇਖੋ, ਜਿੱਥੋਂ ਤੱਕ ਪੰਜਾਬ ਦੀ ਗੱਲ ਹੈ, ਪ੍ਰਦਰਸ਼ਨਾਂ ਦੇ ਵਿੱਚ ਬਹੁਤ ਦਮ ਹੈ, ਬਹੁਤ ਲੋਕ ਜਿਹੜੇ ਹੈ ਨਿਕਲੇ ਹੈ, ਕਿਸਾਨ ਖਾਸ ਤੌਰ ਤੇ ਨਿਕਲੇ ਹੈ। ਲੇਕਿਨ ਹਜੇ ਤੱਕ ਕੇਂਦਰੀ ਸਰਕਾਰ ਨੇ ਉਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਹੈ, ਉਸ ਤਰ੍ਹਾਂ ਦਾ ਜਿਹੜਾ ਹੈ ਉਹ ਇਹਦੇ ਬਾਰੇ ਸ਼ੋਅ ਨਹੀਂ ਕੀਤਾ। ਉਹਦੀ ਵਜ੍ਹਾ ਉਹਨਾਂ ਦੇ ਆਪਣੇ ਕਾਡਰ ਦੇ ਉੱਤੇ ਡਿਪੈਂਡੈਂਸ ਹੈ। ਤੁਸੀਂ ਦੇਖਿਆ ਹੋਣਾ ਕੱਲ੍ਹ ਕਈ ਜਗ੍ਹਾ ਦੇ ਉੱਤੇ ਬੀਜੇਪੀ ਔਰ ਅਕਾਲੀ ਵਰਕਰਾਂ ਦੇ ਵਿੱਚ ਜਿਹੜੀ ਹੈ ਮਾਰ ਕੁਟਾਈ ਵੀ ਹੋਈ। ਆਪਸੀ ਭਾਈਚਾਰਕ ਸਾਂਝ ਵੀ ਇਹ ਬਿੱਲਾਂ ਦੇ ਕਰਕੇ ਜਿਹੜੀ ਖਤਮ ਹੋ ਸਕਦੀ ਹੈ, ਖਤਰਾ ਬਣਿਆ ਹੋਇਆ। ਤਾਂ ਮੋਦੀ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਤਾਂ ਜ਼ਰੂਰ ਚਾਹੀਦਾ। ਉਹਨਾਂ ਨੇ ਤਾਂ ਆਪਣੇ ਜਿਹੜੇ ਪੁਰਾਣੇ ਭਾਈਵਾਲ ਸੀ, ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਤਾਜ਼ਾ ਹੀ ਟੁੱਟਿਆ। ਹਾਲੇ 2-4 ਦਿਨ ਵੀ ਨਹੀਂ ਹੋਏ, ਇਹਨਾਂ ਤਾਂ ਡਾਂਗ ਕੱਲ੍ਹ ਹੀ ਫੇਰਤੀ ਚੰਡੀਗੜ੍ਹ ਦੇ ਵਿੱਚ ਅਕਾਲੀਆਂ ਤੇ। ਤੁਹਾਡੀ ਗੱਲ ਠੀਕ ਹੈ, ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਉਹ ਸਰਕਾਰ ਸੋਚਦੀ ਹੀ ਨਹੀਂ ਇਸ ਦੇ ਬਾਰੇ, ਕਿਉਂਕਿ ਉਹਨਾਂ ਨੂੰ ਆਪਣਾ ਜਿਹੜਾ ਉਹਨਾਂ ਦਾ ਤੈਅਸ਼ੁਦਾ ਏਜੰਡਾ ਹੈ ਡਿਵਿਸਿਵ ਪੋਲਿਟਿਕਸ ਦਾ, ਉਸ ਦੇ ਉੱਤੇ ਉਹ ਇੰਨੀ ਪੂਰੀ ਤਰ੍ਹਾਂ ਬਜ਼ਿਦ ਨੇ ਔਰ ਆਪਣੇ ਏਜੰਡੇ ਨੂੰ ਜਿਹੜੇ ਉਹਨਾਂ ਦੇ ਬਕਾਇਆ 4 ਸਾਲ ਰਹਿ ਗਏ ਉਹਦੇ ਵਿੱਚ ਕਿਸ ਤਰ੍ਹਾਂ ਲਾਗੂ ਕਰਨਾ, ਉਸ ਪ੍ਰਤੀ ਇੰਨੇ ਬਜ਼ਿਦ ਨੇ ਕਿ ਉਹਦੇ ਬਾਰੇ ਪਰਵਾਹ ਹੀ ਨਹੀਂ ਕਰ ਰਹੇ। ਇਹ ਚੀਜ਼ ਬੜੀ ਆਪਣੇ ਆਪ ਦੇ ਵਿੱਚ ਇੱਕ ਅਜੀਬ ਹੈ ਔਰ ਬੜੀ ਜਿਹੜੀ ਹੈ ਉਹ ਤਕਲੀਫ ਦੇ ਹੈ ਕਿ ਇੱਕ ਸਰਕਾਰ ਇੰਨੀ ਅਨਰਿਸਪੌਂਸਿਵ ਵੀ ਹੋ ਸਕਦੀ ਹੈ। ਪਬਲਿਕ ਦੇ ਇੱਕ ਸੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਇੰਨਾ ਰੋਹ ਫੈਲਿਆ ਹੋਇਆ ਹੋਵੇ ਔਰ ਉਹ ਸਰਕਾਰ ਨੂੰ ਉਸ ਦੀ ਉਨੀ ਚਿੰਤਾ ਨਾ ਹੋਵੇ। ਪ੍ਰਾਈਮ ਮਿਨਿਸਟਰ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ, ਇਸੇ ਤਰ੍ਹਾਂ ਕੋਈ ਜਿਹੜੇ ਬੜੇ ਹੋਰ ਲੀਡਰਸ ਨੇ ਉਹਨਾਂ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵਿਵੇਕਲੀ ਕਿਸਮ ਦੀ। ਹੁਣ ਕੁਝ ਹੋ ਸਕਦਾ ਇਹਦੇ ਵਿੱਚ? ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਜੇਕਰ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਨੇ ਤੇ ਜੇਕਰ ਕਿਸਾਨ ਹੀ ਆਪਣੇ ਹੱਕ ਦੇ ਵਿੱਚ ਇਹ ਬਿੱਲਾਂ ਨੂੰ ਸਮਝਦੇ ਨਹੀਂ ਤਾਂ ਵਾਪਸ ਲੈਣ ਦੇ ਵਿੱਚ, ਬਿੱਲ ਤਾਂ ਚਲੋ ਰਹਿ ਨਹੀਂ ਗਏ, ਹੁਣ ਕਾਨੂੰਨ ਬਣ ਕੇ, ਤਾਂ ਇਹਨਾਂ ਨੂੰ ਵਾਪਸ ਲੈਣ ਦੇ ਵਿੱਚ ਕੀ ਹਰਜ ਹੈ ਮੋਦੀ ਸਰਕਾਰ? ਵਾਪਸ ਲੈਣਾ ਉਹਨਾਂ ਦੇ ਲਈ ਇੱਕ ਕਿਸਮ ਦੀ ਪੋਲੀਟੀਕਲ ਸੁਸਾਈਡ ਸਾਬਤ ਹੋਏਗਾ। ਜਿਸ ਤਰੀਕੇ ਨਾਲ ਇਹ ਬਿੱਲ ਲਿਆਂਦੇ ਗਏ ਔਰ ਜਿਸ ਤਰੀਕੇ ਨਾਲ ਪਾਸ ਕੀਤੇ ਗਏ, ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਕਿ ਮੋਦੀ ਸਰਕਾਰ ਇਹਨਾਂ ਬਿੱਲਾਂ ਨੂੰ ਇੰਨੀ ਸੌਖੇ ਤਰੀਕੇ ਨਾਲ ਵਾਪਸ ਕਰ ਲਏਗੀ। ਇਹ ਬਿੱਲ ਨਾਰਮਲ ਤਰੀਕੇ ਨਾਲ ਵੀ ਲਿਆਂਦੇ ਜਾ ਸਕਦੇ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਹ ਬਿੱਲ ਜਿਹੜੇ ਹੈ ਆਰਡੀਨੈਂਸ ਦੀ ਫਾਰਮ 'ਚ ਲਿਆਂਦੇ ਗਏ, ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਤੱਕ ਨਹੀਂ ਹੋਣ ਦਿੱਤੀ ਗਈ, ਦੇਸ਼ ਦੇ ਵਿੱਚ ਉਹਨਾਂ 'ਤੇ ਚਰਚਾ ਨਹੀਂ ਹੋਈ। ਫਿਰ ਜਦੋਂ ਰਾਜ ਸਭਾ ਦੇ ਵਿੱਚ ਪਾਸ ਕੀਤੇ ਗਏ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਸ਼ਾਰਾ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਹਰ ਕੀਮਤ 'ਤੇ ਕਰਾਂਗੇ, ਚਾਹੇ ਕਿਸੇ ਨੂੰ ਸਾਡੇ ਤੋਂ ਬਾਹਰ ਪਸੰਦ ਆਵੇ ਜਾਂ ਨਾ ਆਵੇ। ਸੋ ਇਸ ਤਰ੍ਹਾਂ ਦੀ ਸਰਕਾਰ ਨਾਲ ਸਾਡਾ ਵਾਸਤਾ ਹੈ। ਸੋ ਉਹ ਸਰਕਾਰ, ਮੈਂ ਬਿਲਕੁਲ ਉਮੀਦ ਨਹੀਂ ਕਰਦਾ ਕਿ ਉਹ ਇੰਨੇ ਆਸਾਨੀ ਨਾਲ ਉਸ ਨੂੰ ਜਿਹੜਾ ਹੈ ਉਹ ਵਾਪਸ ਲਿਆਏਗੀ ਜਾਂ ਉਹਦੇ 'ਚ ਕੋਈ ਤਰਮੀਮ ਵੀ ਕਰਨ ਦੇ ਬਾਰੇ ਸੋਚੇਗੀ। ਹਾਂ, ਕਿਸੇ ਸਟੇਜ ਦੇ ਉੱਤੇ ਜੇ ਸੁਪਰੀਮ ਕੋਰਟ ਦੇ ਵਿੱਚ ਇਹ ਬਿੱਲ ਚੈਲੰਜ ਹੁੰਦੇ ਹੈ ਤੇ ਜੇ ਸੁਪਰੀਮ ਕੋਰਟ ਕੋਈ ਇਸ ਤਰ੍ਹਾਂ ਦਾ ਡਾਇਰੈਕਟਿਵ ਦਿੰਦੀ ਹੈ ਤਾਂ ਉਸ ਹਾਲਾਤ ਦੇ ਵਿੱਚ ਹੋ ਸਕਦਾ ਕਿ ਕੁਝ ਕਰਨਾ ਪਏ ਉਹਨਾਂ ਨੂੰ। ਨਹੀਂ, ਕਹਿੰਦੇ ਕਿ ਇੱਕ ਫੈਸਲਾ ਹੋਇਆ ਸੀਗਾ, ਸੀਨੀਅਰ ਪੱਤਰਕਾਰ ਹੈਗੇ ਨੇ ਸਾਡੇ, ਉਹ ਵੀ ਦੱਸ ਰਹੇ ਸੀ ਕਿ ਇੱਕ ਪਿਛਲੇ ਦਿਨੀ ਇੱਕ ਫੈਸਲਾ ਹੋਇਆ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਬਣਾਇਆ ਗਿਆ ਉਹ ਰਾਜਾਂ ਸਰਕਾਰਾਂ ਨੂੰ ਮੰਨਣ 'ਤੇ ਵੀ ਲਾਜ਼ਮੀ ਹੈ। ਤਾਂ ਫਿਰ ਪ੍ਰੋਸੀਜਰ ਕੀ ਰਹੇਗਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਚੈਲੰਜ ਕਰਦੇ? ਨਹੀਂ, ਨਾਰਮਲੀ ਇਸ ਤਰ੍ਹਾਂ ਹੀ ਹੁੰਦਾ ਹੈ। ਖਾਸ ਤੌਰ ਤੇ ਜਿਹੜੇ ਕਾਨੂੰਨ, ਜਿਹੜੀ ਸੈਂਟਰਲ ਲਿਸਟ ਹੈ ਸਾਡੇ 7th ਸ਼ਡਿਊਲ ਜਿਹੜਾ ਕਨਸਟੀਟਿਊਸ਼ਨ ਹੈ, ਉਸ ਦੇ ਵਿੱਚ ਜਿਹਨਾਂ ਵਿਸ਼ਿਆਂ ਦੇ ਉੱਤੇ ਕਾਨੂੰਨ ਪਾਸ ਹੋ ਜਾਏ ਉਸ ਰਾਜਾਂ ਨੂੰ ਮੰਨਣਾ ਪੈਂਦਾ। ਲੇਕਿਨ ਖੇਤੀਬਾੜੀ ਦਾ ਜਿਹੜਾ ਵਿਸ਼ਾ ਹੈ ਇਹ ਕਨਕਰੈਂਟ ਲਿਸਟ ਦੇ ਵਿੱਚ ਹੈ ਔਰ ਸੈਂਟਰਲ ਲਿਸਟ ਦੇ ਵਿੱਚ ਵੀ ਜਿਹੜਾ ਹੈ ਇਹਨੂੰ, ਜਿਹੜੀ ਪਹਿਲੀ ਲਿਸਟ ਹੈ, ਜਿਹੜੀ ਸੈਂਟਰਲ ਲਿਸਟ ਹੈ, ਉਹਦੇ ਵਿੱਚ ਵੀ 82 ਤੋਂ ਲਾ ਕੇ 88 ਤੱਕ ਜਿਹੜੀਆਂ ਐਂਟਰੀਜ਼ ਨੇ ਇਹਦੇ ਬਾਰੇ, ਉਹਦੇ 'ਚ ਕਿਹਾ ਗਿਆ ਕਿ ਐਗਰੀਕਲਚਰ ਦੀ ਟੈਕਸੇਸ਼ਨ, ਐਗਰੀਕਲਚਰ ਦੇ ਬਾਰੇ ਐਜੂਕੇਸ਼ਨ, ਉਹ ਸਾਰਾ ਉਹ ਰਾਜਾਂ ਦਾ ਵਿਸ਼ਾ ਹੋਏਗਾ। ਤਾਂ ਬੇਸਿਕਲੀ ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ, ਇਹ ਸਾਡਾ ਜਿਹੜਾ ਫੈਡਰਲ ਸਿਸਟਮ ਹੈ
1994 ਦੇ ਵਿੱਚ ਕੋਰਟ ਨੇ SR ਬੋਮਾਈ ਕੇਸ ਦੇ ਵਿੱਚ ਕਲੀਅਰ ਕੱਟ ਜਜਮੈਂਟ ਦਿੱਤੀ ਹੋਈ ਹੈ ਕਿ ਇੰਡੀਆ ਇਜ਼ ਏ ਫੈਡਰਲ ਕੰਟਰੀ। ਸਾਡਾ ਜਿਹੜਾ ਸੰਵਿਧਾਨ ਹੈ ਉਹ ਫੈਡਰਲ ਹੈ, ਭਾਵੇਂ ਇਹ ਸ਼ਬਦ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਗਿਆ, ਲੇਕਿਨ ਇਸ ਨੂੰ ਫੈਡਰਲ ਸਮਝਿਆ ਜਾਊਗਾ। ਤੇ ਇਸ ਐਕਟ ਦਾ ਜਿਹੜਾ ਹੈ ਸਿੱਧਾ ਸੰਬੰਧ ਉਸ ਸੰਘੀ ਢਾਂਚੇ ਦੇ ਨਾਲ ਹੈ, ਇਸ ਕਰਕੇ ਉਸ ਨੂੰ ਚੈਲੰਜ ਤਾਂ ਕੀਤਾ ਜਾ ਸਕਦਾ। ਪਰ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ ਹੈ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਕਿ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਵੀ ਜਿਹੜੀ ਹੈ ਉਹ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਕਈ ਵਾਰੀ ਆਈ ਹੈ। ਕੁਝ ਜਜਮੈਂਟਸ ਇੱਦਾਂ ਦੀਆਂ ਆਈਆਂ ਜਿਹੜੀਆਂ ਕੰਟਰੋਵਰਸ਼ੀਅਲ ਹੋਈਆਂ, ਜਿਨ੍ਹਾਂ ਦੇ ਬਾਰੇ ਬੜੇ ਜਿਹੜੀਆਂ ਆਪਣੀ ਕਿਸਮ ਦੀਆਂ ਜਿਹੜੀਆਂ ਕੰਟਰੋਵਰਸੀਜ਼ ਪੈਦਾ ਹੋਈਆਂ। ਸੋ ਲੇਕਿਨ ਜਿੱਥੋਂ ਤੱਕ ਕਾਨੂੰਨ ਦਾ ਸਵਾਲ ਹੈ, ਚੈਲੰਜ ਕੀਤਾ ਜਾ ਸਕਦਾ ਹੈ ਔਰ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ। ਬਾਕੀ ਦੇਖਣਾ ਪਏਗਾ ਕਿ ਸੁਪਰੀਮ ਕੋਰਟ ਉਹਨੂੰ ਕਿਸ ਤਰ੍ਹਾਂ ਲੈਂਦੀ ਹੈ। ਬਿੱਲਾਂ ਤੇ ਸਿਆਸਤ ਪੰਜਾਬ ਦੀ ਵੀ ਗਰਮਾਈ ਹੋਈ ਹੈ, ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀ ਵੀ ਹੋ ਰਹੀ ਆ, ਪਰ ਕਿਆਸਰਾਈਆਂ ਜਿਹੜੀਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ, ਕਹਿੰਦੇ ਵੀ ਜੇ ਕਿਤੇ ਮੋਦੀ ਸਰਕਾਰ ਨੇ ਸੋਧ ਕਰ ਲਈ, ਪਹਿਲਾਂ ਤਾਂ ਇਹ ਆ ਵੀ ਕਹਿੰਦੇ ਵੀ ਪਹਿਲਾਂ ਹੀ ਮੋਦੀ ਸਰਕਾਰ ਬਹਾਨਾ ਹੀ ਭਾਲਦੀ ਸੀ ਕਿ ਜਿਹੜੀ ਇਹਨਾਂ ਤੋਂ ਅਕਾਲੀਆਂ ਤੋਂ ਖਹਿੜਾ ਛੁਡਾਇਆ ਜਾਵੇ, ਤਾਂ ਖਹਿੜਾ ਤਾਂ ਛੁੱਟ ਗਿਆ। ਹੁਣ ਕਹਿੰਦੇ ਜੇ ਸੋਧ ਹੋ ਜਾਂਦੀ ਆ ਤਾਂ ਹੋ ਸਕਦਾ ਕਿਆਸਰਾਈਆਂ ਜ਼ਰੂਰ ਨੇ, ਹੋ ਸਕਦਾ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੀ ਵਾਪਸੀ ਕਰ ਸਕਦੇ ਹੋਣ ਭਾਜਪਾ ਦੇ ਵਿੱਚ, ਤੇ ਢੀਂਡਸਾ ਧੜਾ ਵੀ ਜਿਹੜਾ ਜਾ ਕੇ ਮਿਲ ਲਵੇ ਉਹਨਾਂ ਦੇ ਨਾਲ? ਜਿਸ ਤਰ੍ਹਾਂ ਦੀ ਰਾਜਨੀਤੀ ਸਾਡੇ ਦੇਸ਼ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਚੱਲ ਰਹੀ ਹੈ, ਉਹਦੇ 'ਚ ਕੁਝ ਵੀ ਸੰਭਵ ਹੋ ਸਕਦਾ ਹੈ। ਪੋਲੀਟਿਕਸ ਇਜ਼ ਅ ਗੇਮ ਆਫ ਸਟ੍ਰੇਂਜ ਬੈਡ ਫੈਲੋਜ਼, ਕੁਝ ਵੀ ਹੋ ਸਕਦਾ। ਕੋਈ ਉਹਦੇ ਵਿੱਚ ਅਸੂਲ, ਕੋਈ ਐਥਿਕਸ ਦੀ ਗੱਲ ਨਹੀਂ ਹੁੰਦੀ। ਡਿਪੈਂਡ ਕਰਦਾ ਕਿ ਕਿਹੜਾ ਪਲੜਾ ਭਾਰੀ ਰਹੇਗਾ, ਕਿੱਥੇ ਕੁਰਸੀ ਦੀ ਉਮੀਦ ਜਿਹੜੀ ਉਹ ਜਾਗ ਸਕਦੀ ਹੈ, ਉਸ ਵਿੱਚ ਸਭ ਕੁਝ ਹੋ ਸਕਦਾ। ਇੱਕ ਬਿਆਨ ਹੀ ਦੇਣਾ ਜਿਸ ਵੀ ਲੀਡਰ ਨੇ ਆਪਣਾ ਪਾਸਾ ਬਦਲਣਾ ਕਿ ਮੇਰਾ ਹੁਣ ਇੱਥੋਂ ਮੋਹ ਭੰਗ ਹੋ ਗਿਆ, ਜਿਸ ਤਰ੍ਹਾਂ ਪਹਿਲਾਂ ਦਿੱਤਾ ਜਾਂਦਾ ਰਿਹਾ, ਸੋ ਉਹ ਕਿਹਾ ਜਾ ਸਕਦਾ। ਸੋ ਕੁਝ ਵੀ ਹੋਣ ਦੀ ਸੰਭਾਵਨਾ ਰਹੇਗੀ, ਹਮੇਸ਼ਾ ਰਹੇਗੀ। ਹਾਂ, ਮੈਂ ਇਸ ਗੱਲ ਨੂੰ ਜ਼ਰੂਰ ਕਹਾਂਗਾ ਕਿ ਜਿਹੜਾ ਤੁਸੀਂ ਸ਼ੁਰੂ 'ਚ ਕਿਹਾ ਕਿ ਬਿੱਲ ਦੇ ਵਿੱਚ ਕੋਈ ਬਿੱਲ ਵਾਪਸ ਲਿਆ ਜਾਵੇ, ਬਿੱਲ ਵਾਪਸ ਲੈਣ ਦੀ ਮੈਨੂੰ ਕਿਸੇ ਕਿਸਮ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਇਹ ਬਿੱਲ ਨਾ ਸਿਰਫ ਉਸ ਜਿਹੜੀ ਸਾਡੀ ਰੂਲਿੰਗ ਪਾਰਟੀ ਹੈ ਉਸ ਦਾ ਏਜੰਡਾ ਹੈ, ਬਲਕਿ ਉਹਦੇ ਪਿੱਛੇ ਜਿਹੜੇ ਸਾਡੇ ਕਾਰਪੋਰੇਟ ਹਾਊਸਿਸ ਨੇ ਉਹ ਬੜੀ ਮਜ਼ਬੂਤੀ ਨਾਲ ਖੜੇ ਨੇ ਔਰ ਕਿਸੇ ਵੀ ਹਾਲਾਤ ਦੇ ਵਿੱਚ ਇਹਨਾਂ ਬਿੱਲਾਂ ਨੂੰ ਵਾਪਸ ਨਹੀਂ ਹੋਣ ਦਿੱਤਾ ਜਾਏਗਾ। ਬਹੁਤ ਜ਼ਿਆਦਾ ਉਹਦੀ ਕੀਮਤ ਅਦਾ ਕਰਨੀ ਪਏਗੀ ਜੇ ਕਿਤੇ ਉਹ ਬਿੱਲ ਵਾਪਸ ਕਰਾਉਣ ਦਾ ਉਸ ਵਿੱਚ ਕਾਮਯਾਬ ਹੋਣਾ ਹੋਏਗਾ। ਉਸ ਲੈਵਲ ਤੱਕ ਦਾ ਐਜੀਟੇਸ਼ਨ ਸ਼ਾਇਦ ਉਸ ਤਰ੍ਹਾਂ ਦੇ ਸਾਡੇ ਕੋਲ, ਮੈਨੂੰ ਯਾਦ ਆ ਜਾਂਦਾ 1975 ਜਦੋਂ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਖਿਲਾਫ ਇੱਕ ਪਬਲਿਕ ਮੂਵਮੈਂਟ ਸ਼ੁਰੂ ਕਰ ਦਿੱਤੀ ਸੀ। ਨਾ ਤਾਂ ਉਸ ਕੱਦ ਦਾ ਸਾਡੇ ਕੋਲ ਨੇਤਾ ਹੈ ਤੇ ਨਾ ਹੀ ਸ਼ਾਇਦ ਉਸ ਤਰ੍ਹਾਂ ਦੇ ਸਮੇਂ ਨੇ, ਤੇ ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਕੋਈ ਉਸ ਤਰ੍ਹਾਂ ਦਾ ਨੇਤਾ ਕਿਤੇ ਪੈਦਾ ਹੋ ਜਾਂਦਾ, ਨਿਕਲ ਆਉਂਦਾ, ਤਾਂ ਫਿਰ ਸਭ ਕੁਝ ਪੋਸੀਬਲ ਹੈ। ਰਾਹੁਲ ਗਾਂਧੀ ਕੱਲ੍ਹ ਨੂੰ ਕਿਸਾਨਾਂ ਦੇ ਹੱਕ 'ਚ ਕਹਿੰਦੇ ਪ੍ਰੋਟੈਸਟ ਕਰਨ ਆ ਰਿਹਾ ਪੰਜਾਬ ਦੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਪ੍ਰੋਟੈਸਟ ਕਰਨ ਵਾਸਤੇ, ਤੇ ਰਾਹੁਲ ਗਾਂਧੀ ਦਿੱਲੀ ਛੱਡ ਕੇ ਪੰਜਾਬ ਆ ਰਹੇ ਆ ਕਿਸਾਨਾਂ ਦੇ ਹੱਕ 'ਚ। ਉੱਥੇ ਕਿਉਂ ਨਹੀਂ ਮੋਦੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ, ਦਿੱਲੀੋਂ ਇੱਥੇ ਕਿਉਂ ਆ ਰਹੇ ਆ ਪੰਜਾਬ? ਕਿਆਸਰਾਈਆਂ ਇਹ ਵੀ ਨੇ ਕਿ ਜਿਸ ਤਰੀਕੇ ਨਾਲ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਆ, ਕਹਿੰਦੇ ਵੀ ਨਵਜੋਤ ਸਿੱਧੂ ਦੀ ਕਿਸੇ ਤਰੀਕੇ ਵਾਪਸੀ ਹੋ ਨਾ ਜਾਵੇ ਕਿਤੇ, ਕਿਉਂਕਿ ਜਿਸ ਤਰੀਕੇ ਨਾਲ ਗੁੱਟਬੰਦੀ ਚੱਲ ਰਹੀ ਆ, ਸਿੱਧੂ ਨੂੰ ਖੂੰਜੇ ਲਾਇਆ ਹੋਇਆ। ਉਹਨਾਂ ਦੀ ਘਰ ਵਾਲੀ ਦੇ ਵੀ ਬਿਆਨ ਕਈ ਤਰ੍ਹਾਂ ਦੇ ਆਉਂਦੇ ਰਹੇ ਆ, ਭਾਜਪਾ ਦੀ ਉਹ ਜਿਹੜੀ ਵਕਾਲਤ ਜਾਂ ਆਪਾਂ ਕਹਿ ਦਈਏ ਤਾਰੀਫ ਵੀ ਕਰਦੇ ਰਹੇ ਆ। ਤਾਂ ਤੁਹਾਨੂੰ ਲੱਗਦਾ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਦੌਰਾ ਘੱਟ ਤੇ ਸਿੱਧੂ ਨੂੰ ਮਨਾਉਣ ਦੇ ਜਾਂ ਗੁੱਟਬੰਦੀ ਖਤਮ ਕਰਨ ਲਈ ਜ਼ਿਆਦਾ ਰਾਹੁਲ ਗਾਂਧੀ ਦਾ? ਹਾਂ, ਪੰਜਾਬ ਕਾਂਗਰਸ ਜਿਹੜੀ ਹੈ ਉਹ ਬਿਲਕੁਲ ਇਸ ਵੇਲੇ ਅਲਰਟ ਹੈ। ਇਸ ਐਜੀਟੇਸ਼ਨ ਤੋਂ ਪਹਿਲਾਂ, ਕਿਸਾਨ ਅੰਦੋਲਨ ਤੋਂ ਪਹਿਲਾਂ ਕਾਂਗਰਸ ਦਾ ਰਾਜਨੀਤਿਕ ਭਵਿੱਖ ਜਿਹੜਾ ਹੈ ਉਹ ਕਾਫੀ ਜਿਹੜਾ ਹੈ ਡੋਲ ਡਰਮ ਸੀ, ਕਾਫੀ ਡਾਵਾਂਡੋਲ ਸੀ। ਲੇਕਿਨ ਇਹ ਇੱਕ ਹਾਲਾਤ ਪੈਦਾ ਹੋ ਗਏ ਐਂਟੀ ਬੀਜੇਪੀ, ਐਂਟੀ ਅਕਾਲੀ ਦਲ ਇਸ ਬਿੱਲ ਦੇ ਪਾਸ ਹੋਣ ਨਾਲ, ਜਿਹਦਾ ਕਿ ਕਾਂਗਰਸ ਭਰਪੂਰ ਫਾਇਦਾ ਉਠਾਉਣਾ ਚਾਹੇਗੀ। ਔਰ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਦੇ ਉੱਤੇ ਬਹੁਤ ਦਾਰੋਮਦਾਰ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਲੀਡਰਸ਼ਿਪ ਅਜ਼ਿਊਮ ਕਰ ਸਕਦੇ ਆ, ਕੈਨ ਹੀ ਇਮਰਜ ਐਜ਼ ਅ ਲੀਡਰ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਇਹ ਬਿਲਕੁਲ ਨਹੀਂ ਚਾਹੇਗਾ, ਲੇਕਿਨ ਦਿੱਲੀ ਬੈਠੀ ਕਾਂਗਰਸ ਦੀ ਲੀਡਰਸ਼ਿਪ ਭਾਵੇਂ ਜਿੰਨੀ ਮਰਜ਼ੀ ਕਮਜ਼ੋਰ ਹੋ ਗਈ ਹੋਵੇ, ਲੇਕਿਨ ਉਹਨਾਂ ਨੂੰ ਇੱਕੋ ਇੱਕ ਉਮੀਦ, ਜੇ 2022 ਦੇ ਵਿੱਚ ਕਾਂਗਰਸ ਨੂੰ ਜਿਹੜਾ ਹੈ ਉਹ ਦੁਬਾਰਾ ਸੱਤਾ 'ਚ ਆਉਣਾ, ਤਾਂ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਰਾਹੁਲ ਗਾਂਧੀ ਇੱਥੇ ਆ ਕੇ, ਜਿਸ ਤਰ੍ਹਾਂ ਹਰੀਸ਼ ਰਾਵਤ ਉਹਨਾਂ ਦੇ ਜਿਹੜੇ ਨਵੇਂ ਇੰਚਾਰਜ ਲਗਾਏ ਗਏ ਨੇ, ਉਹ ਵੀ ਪਿਛਲੇ ਕਾਫੀ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹੈ ਕਿ ਸਿੱਧੂ ਨੂੰ ਮਨਾ ਕੇ ਰੱਖਿਆ ਜਾਵੇ, ਸਿੱਧੂ ਦੀ ਲੀਡਰਸ਼ਿਪ ਨੂੰ। ਉਹਨਾਂ ਨੇ ਤਾਂ ਵੱਡਾ ਬਿਆਨ ਵੀ ਦਿੱਤਾ, ਉਹ ਕਹਿੰਦੇ ਸਿੱਧੂ ਕਾਂਗਰਸ ਦਾ ਭਵਿੱਖ ਹੈ। ਬਿਲਕੁਲ, ਉਹ ਬਿਆਨ ਜਿਹੜਾ ਹੈ ਉਹ ਐਵੇਂ ਨਹੀਂ ਦਿੱਤਾ ਗਿਆ, ਉਹਨਾਂ ਨੂੰ ਦਿੱਲੀ ਤੋਂ ਇਸ ਕਰਕੇ ਭੇਜਿਆ ਗਿਆ। ਹਰੀਸ਼ ਰਾਵਤ ਖੁਦ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਉੱਤਰਾਖੰਡ ਦੇ ਵਿੱਚ, ਜਿੱਥੇ ਕਿ ਚੁਣਾਵ 2022 'ਚ ਹੀ ਹੋਣੇ ਆ, ਤੇ ਔਰ ਇਸ ਕਰਕੇ ਉਹਨਾਂ ਨੂੰ ਸਪੈਸ਼ਲੀ ਭੇਜਿਆ ਗਿਆ ਕਿ ਕਾਂਗਰਸ ਦਾ ਜਿਹੜਾ ਮਸਲਾ ਹੈ ਉਸ ਨੂੰ ਕਿਸ ਤਰੀਕੇ ਨਾਲ ਹੈਂਡਲ ਕੀਤਾ ਜਾਵੇ। ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਿੱਲੀ ਬੈਠੀ ਵੀ ਇਹ ਜਾਣਦੀ ਹੈ ਕਿ ਜੇ ਸਿੱਧੂ ਕਾਂਗਰਸ ਦੇ ਨਾਲ ਨਹੀਂ ਰਹਿੰਦੇ ਤਾਂ ਕਾਂਗਰਸ ਦਾ ਕੋਈ ਭਵਿੱਖ
ਭਵਿੱਖ ਨਹੀਂ ਹੈ। ਕਾਂਗਰਸ ਕੋਲ ਲੀਡਰਸ਼ਿਪ ਦੀ ਬੜੀ ਅਭਾਵ ਹੈ। ਹਾਲਾਂਕਿ ਸਿੱਧੂ ਕਾਫੀ ਸਮਾਂ ਖਾਮੋਸ਼ ਰਹੇ, ਇਹ ਚੀਜ਼ ਜਿਹੜੀ ਹੈ ਕਾਂਗਰਸ ਪਾਰਟੀ ਔਰ ਸਿੱਧੂ ਦੇ ਖਿਲਾਫ ਜਾਂਦੀ ਹੈ, ਲੇਕਿਨ ਇਸ ਦੇ ਬਾਵਜੂਦ ਵੀ ਸਿੱਧੂ ਦੀ ਇੱਕ ਅਪੀਲ ਜਿਹੜੀ ਹੈ ਉਹ ਹੈ ਹੀ ਹੈ। ਉਸ ਨੂੰ ਅਸੀਂ ਨਹੀਂ ਨਕਾਰ ਸਕਦੇ ਕਿ ਸਿੱਧੂ ਦੀ ਲੀਡਰਸ਼ਿਪ ਵਾਲੇ ਪਾਸੇ ਲੋਕ ਵੀ ਦੇਖਦੇ ਆ ਔਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਇਹ ਮਹਿਸੂਸ ਕਰਦੀ ਹੈ ਕਿ ਸਿੱਧੂ ਜੇ ਆਉਂਦੇ ਆ ਤਾਂ 2022 ਦੇ ਇਲੈਕਸ਼ਨਸ ਦੇ ਵਿੱਚ ਕਾਂਗਰਸ ਦੀ ਭੂਮਿਕਾ ਜਿਹੜੀ ਹੈ ਉਹ ਡਿਫਰੈਂਟ ਹੋ ਸਕਦੀ ਹੈ ਜੋ ਹੁਣ ਤੋਂ ਕੁਝ ਦੇਰ ਪਹਿਲਾਂ ਤੱਕ ਬਣੀ ਹੋਈ ਸੀ। ਧੜੇਬੰਦੀ ਖਤਮ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਹੁਣ ਸੀਐਮ ਦੀ ਕੁਰਸੀ ਭਾਲਦੇ ਆ, ਪਰ ਉਹਨਾਂ ਨੂੰ ਦਿੱਤੀ ਡਿਪਟੀ ਸੀਐਮ ਦੀ ਵੀ ਨਹੀਂ, ਤੇ ਕੈਪਟਨ ਅਮਰਿੰਦਰ ਸਿੰਘ ਕੁਰਸੀ ਛੱਡਣਾ ਨਹੀਂ ਚਾਹੁੰਦੇ, ਤੇ ਬਹੁਤ ਸਾਰੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋ ਗਏ ਜਾਂ ਸ਼ਮਸ਼ੇਰ ਸਿੰਘ ਦੂਲੋ ਹੋਵੇ, ਇਹ ਵਾਰ-ਵਾਰ ਉਹਨਾਂ ਨੂੰ ਇਹ ਚੀਜ਼ ਯਾਦ ਦਿਲਾਉਂਦੇ ਆ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਮੇਰੀ ਇਹ ਆਖਰੀ ਇਲੈਕਸ਼ਨ ਹੈ, ਪਰ ਵਿੱਚੇ ਉਹਨਾਂ ਨੇ ਬਿਆਨ ਦਿੱਤਾ ਕਿ ਮੇਰੀ ਇਹ ਆਖਰੀ ਇਲੈਕਸ਼ਨ ਨਹੀਂ। ਉਹ ਵਾਰ-ਵਾਰ ਇਹ ਵਾਅਦਾ ਯਾਦ ਦਿਵਾਉਂਦੇ ਆ ਵੀ ਤੁਸੀਂ ਜਿਹੜਾ ਹੈਗਾ, ਤੁਸੀਂ ਕਹਿੰਦੇ ਸੀਗੇ ਕਿ ਮੈਂ ਹੋਰ ਇਲੈਕਸ਼ਨ ਨਹੀਂ ਲੜਨੀ, 2022 ਦੇ ਵਿੱਚ ਇਲੈਕਸ਼ਨ ਨਹੀਂ ਲੜੂੰਗਾ, ਪਰ ਫਿਰ ਦੁਬਾਰਾ ਲੜਨ ਦੀ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਲੜੂੰਗਾ। ਤੇ ਹੁਣ ਲੱਗਦਾ ਹੈ ਕਿ ਇਹ ਗੁੱਟਬੰਦੀ ਰਾਹੁਲ ਗਾਂਧੀ ਖਤਮ ਕਰ ਸਕਦੇ ਆ, ਕਿਉਂਕਿ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੂਹਰੇ ਲੈ ਕੇ ਆਉਂਦੇ ਆ ਰਾਹੁਲ ਗਾਂਧੀ, ਤਾਂ ਫਿਰ ਨਵਜੋਤ ਸਿੰਘ ਸਿੱਧੂ ਮੈਨੂੰ ਨਹੀਂ ਲੱਗਦਾ ਕਾਂਗਰਸ ਦੇ ਵਿੱਚ ਠਿਕ ਪਾਉਣਗੇ। ਜੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਉਂਦੇ ਆ ਤਾਂ ਪਿਛਲੀ ਵਾਰ ਵਾਂਗੂ ਕਿਤੇ ਜਾਟ ਮਹਾਸਭਾ ਦੁਬਾਰਾ ਨਾ ਉੱਠ ਖੜੇ ਕੈਪਟਨ ਅਮਰਿੰਦਰ ਸਿੰਘ ਜੀ। ਕੁਰਸੀ ਦਾ ਮੂੰਹ ਬੜਾ ਖਤਰਨਾਕ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਦੁਬਾਰਾ ਇਲੈਕਸ਼ਨ ਨਹੀਂ ਲੜੂੰਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਤਕਰੀਬਨ 94 ਸਾਲ ਦੇ ਹੋ ਰਹੇ ਆ, ਉਹਨਾਂ ਨੇ ਵੀ ਕਿਹਾ ਸੀ ਮੈਂ ਦੁਬਾਰਾ ਨਹੀਂ ਲੜੂੰਗਾ। ਉਹ ਵੀ ਇੱਕ ਅੱਧੀ ਵਾਰੀ ਉਹਨਾਂ ਨੇ ਕਿਹਾ ਕਿ ਮੈਂ ਲੋੜ ਪੈਣ 'ਤੇ ਮੈਂ ਦੁਬਾਰਾ ਇਲੈਕਸ਼ਨ ਲੜ ਸਕਦਾ। ਸੋ ਸੱਤਾ ਦਾ ਮੋਹ ਔਰ ਕੁਰਸੀ ਦਾ ਮੋਹ ਬਹੁਤ ਖਤਰਨਾਕ ਚੀਜ਼ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਜੋ ਮਰਜ਼ੀ ਵਾਅਦਾ ਕੀਤਾ ਹੋਵੇ, ਇਹ ਬੜਾ ਮੁਸ਼ਕਿਲ ਹੈ ਕਿ ਉਹ ਆਸਾਨੀ ਨਾਲ ਜਿਹੜੀ ਹੈ ਸੱਤਾ ਛੱਡ ਦੇਣਗੇ। ਠੀਕ ਹੈ ਉਹ, ਲੇਕਿਨ ਇੱਕ ਚੀਜ਼ ਜ਼ਰੂਰ ਹੈ, ਜਦੋਂ ਉਹਨਾਂ ਨੇ ਪਿਛਲੀ ਵਾਰੀ ਜਾਟ ਮਹਾਸਭਾ ਦੀ ਗੱਲ ਕੀਤੀ ਸੀ ਉਦੋਂ ਉਹਨਾਂ ਦੀ ਰਾਜਨੀਤਿਕ ਹੈਸੀਅਤ ਹੁਣ ਨਾਲੋਂ ਚੰਗੀ ਸੀ। ਪਿਛਲੇ ਤਕਰੀਬਨ ਜਿਹੜੇ 3.5 ਸਾਲ ਉਹਨਾਂ ਨੇ ਮੁੱਖ ਮੰਤਰੀ ਦਾ ਪਦ ਜੋ ਸੰਭਾਲਿਆ ਸਾਡੇ ਪੰਜਾਬ ਦੇ ਵਿੱਚ, ਉਹਨਾਂ ਦੀ ਜਿਹੜੀ ਉਹ ਸਾਖ ਨਹੀਂ ਰਹੀ, ਕਿਉਂਕਿ ਸਰਕਾਰ ਇਸ ਤਰ੍ਹਾਂ ਦੀ ਲੱਗੀ ਕਿ ਸਰਕਾਰ ਹੈ ਹੀ ਨਹੀਂ। ਖੁਦ ਕਾਂਗਰਸ ਪਾਰਟੀ ਦੇ ਕਾਡਰਸ ਨੂੰ ਬੜੀ ਨਿਰਾਸ਼ਾ ਹੈ। ਤੇ ਹੁਣ ਜੇ ਕੋਈ ਬਗਾਵਤੀ ਸੁਰ ਜਾਂ ਬਗਾਵਤੀ ਤੇਵਰ ਕੈਪਟਨ ਅਮਰਿੰਦਰ ਸਿੰਘ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦਾ ਉਸ ਤਰ੍ਹਾਂ ਦਾ ਰਿਜ਼ਲਟ ਨਹੀਂ ਹੋਏਗਾ ਜਿਸ ਤਰ੍ਹਾਂ ਦਾ ਉਹ ਪਹਿਲਾਂ ਕਿਸੇ ਵੇਲੇ ਸੋਚਦੇ ਸੀਗੇ। ਕਾਂਗਰਸ ਪਾਰਟੀ ਖੁਦ ਜਿਹੜੇ ਲੋਕ ਨੇ ਕਾਂਗਰਸ ਦੇ ਕਾਡਰਸ, ਉਹ ਵੀ ਚਾਹਣਗੇ ਕਿ ਕਾਂਗਰਸ ਕਿਸੇ ਤਰੀਕੇ ਨਾਲ 2022 ਦੇ ਵਿੱਚ ਸੱਤਾ ਦੇ ਵਿੱਚ ਵਾਪਸ ਆਵੇ। ਉਸ ਸੱਤਾ ਦੇ ਵਿੱਚ ਵਾਪਸੀ ਲਈ ਚਾਹੇ ਜੋ ਮਰਜ਼ੀ ਹੋਵੇ, ਜਿਹੜਾ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਲੀਡਰ ਜਿਹੜਾ ਹੈ ਬਦਲਣਾ ਹੀ ਪਏਗਾ, ਮੁੱਖ ਮੰਤਰੀ ਦਾ ਜਿਹੜਾ ਨਵਾਂ ਚਿਹਰਾ ਲਿਆਉਣਾ ਹੀ ਪਏਗਾ। ਉਸ ਤੋਂ ਬਿਨਾਂ ਕਾਂਗਰਸ ਦਾ ਕੋਈ ਭਵਿੱਖ ਨਹੀਂ ਪੰਜਾਬ ਦੇ ਵਿੱਚ 2022 ਦੇ ਇਲੈਕਸ਼ਨਸ ਦੇ ਵਿੱਚ। ਹੁਣ ਗਾਇਕ ਵੀ ਜਿਹੜੇ ਹੈਗੇ ਆ, ਗਾਇਕ ਬਹੁਤ ਵਧੀਆ ਗੱਲ ਕਰ ਰਹੇ, ਆਪਾਂ ਗਾਇਕਾਂ ਨੂੰ ਸਲਾਹੁੰਦੇ ਆ ਉਹਨਾਂ ਦੇ ਵੱਲੋਂ। ਵੈਸੇ ਤਾਂ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਕਿ ਹੁਣ ਜਿਹੜੀ ਪਲੈਨਿੰਗ ਸਿਰਫ ਕਿਸਾਨ ਜਥੇਬੰਦੀਆਂ ਕਰਨਗੀਆਂ, ਕਿਸਾਨ ਜਥੇਬੰਦੀਆਂ ਜਿੱਥੇ ਕਹਿਣਗੀਆਂ ਗਾਇਕ ਉੱਥੇ ਧਰਨਾ ਲਾਉਣਗੇ। ਜਿਹੜੇ ਗਾਇਕ ਆਪਣੇ ਤੌਰ ਤੇ ਧਰਨਾ ਲਾਉਣਗੇ ਉਹ ਉਹਨਾਂ ਦੀ ਗਾਇਕ ਜਥੇਬੰਦੀ ਤੋਂ ਬਾਹਰ ਮੰਨੇ ਜਾਣਗੇ। ਤਾਂ ਬਹੁਤ ਵਧੀਆ ਗਾਇਕਾਂ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਤੁਹਾਨੂੰ ਲੱਗਦਾ ਕਿ ਗਾਇਕ ਵੀ ਜਿਹੜੇ ਉੱਠ ਸਕਦੇ ਆ 2022 ਦੇ ਵਿੱਚ 5-7 ਲੀਡਰ ਇਹੋ ਜਿਹੇ ਪੈਦਾ ਕਰ ਸਕਦਾ ਇਹ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ, ਇਹ ਗਾਇਕਾਂ ਦੇ ਵਿੱਚੋਂ ਵੀ 5-7 ਲੀਡਰ ਕੱਢ ਸਕਦਾ? ਕਿਉਂਕਿ 1-2 ਗਾਇਕਾਂ ਨੇ ਤਾਂ ਐਲਾਨ ਵੀ ਕਰਤਾ ਕਿ ਚੋਣ ਲੜਾਂਗੇ। ਤੁਹਾਨੂੰ ਲੱਗਦਾ ਹੈ ਕਿ 5-7 ਗਾਇਕ ਇਹੋ ਜਿਹੇ ਹੈਗੇ ਆ ਜਿਹੜੇ ਲੀਡਰਾਂ ਨੂੰ ਢਾਹ ਲੈਣਗੇ ਰਵਾਇਤੀਆਂ ਨੂੰ? ਹਾਂ ਬਿਲਕੁਲ, ਪੰਜਾਬ ਦੀ ਰਾਜਨੀਤਿਕ ਸਥਿਤੀ ਇਸ ਤਰ੍ਹਾਂ ਦੀ ਹੋਈ ਹੈ ਕਿ ਹਰ ਕਿਸੇ ਨੂੰ ਲੱਗਦਾ ਕਿ ਜੇ ਮੈਂ ਕੋਸ਼ਿਸ਼ ਕਰਕੇ ਇਲੈਕਸ਼ਨ ਲੜ ਲਵਾਂ ਤਾਂ ਮੇਰਾ ਕੁਝ ਬਣ ਸਕਦਾ। ਤੇ ਗਾਇਕਾਂ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੈਗੇ ਨੇ। ਆਪਾਂ ਦੇਖਦੇ ਹਾਂ ਸਾਡੇ ਜਿਹੜੇ ਕਲਾਕਾਰ ਨੇ ਪਹਿਲਾਂ ਵੀ ਉਹ ਚੋਣ ਮੈਦਾਨ 'ਚ ਆਉਂਦੇ ਰਹੇ ਨੇ, ਚਾਹੇ ਉਹਨਾਂ ਦੀ ਪਰਫਾਰਮੈਂਸ ਕੁਛ ਵੀ ਰਹੀ ਹੋਵੇ। ਮੁਹੰਮਦ ਸਦੀਕ ਆਏ ਜਾਂ ਸਨੀ ਦਿਓਲ ਆਏ ਜਾਂ ਦੂਸਰੇ ਵੀ ਪਹਿਲਾਂ ਵੀ, ਹੋਰ ਵੀ ਬਹੁਤ ਸਾਰੇ ਆਏ। ਤੇ ਅਸੀਂ ਇਸ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਕਿ ਉਹ ਇਲੈਕਸ਼ਨ ਦੇ ਵਿੱਚ ਭਾਗ ਲੈਣ ਦੀ ਸੋਚ ਰਹੇ ਹੋਣ ਉਹਨਾਂ 'ਚੋਂ ਬਹੁਤ ਸਾਰੇ ਗਾਇਕ, ਲੇਕਿਨ ਕੁਝ ਗਾਇਕ ਇਸ ਤਰ੍ਹਾਂ ਦੇ ਆ ਜਿਹੜੇ ਜੈਨੂਇਨਲੀ ਲੋਕਾਂ ਦਾ ਦਰਦ ਵੀ ਮਹਿਸੂਸ ਕਰਦੇ ਆ ਤੇ ਉਹ ਕਲਾਕਾਰਾਂ ਦਾ ਇੱਕ ਆਪਣਾ ਸਨਮਾਨ ਹੈ। ਇਹ ਗੱਲ ਪੱਕੀ ਹੈ ਕਿ ਸਾਰੇ ਪੰਜਾਬ ਦੇ ਲੋਕ ਹੀ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ, ਅਸਲ 'ਚ ਖੇਤੀ ਇਹ ਬਿੱਲ ਜਿਹੜੇ ਹੈ ਇਹਨਾਂ ਨੂੰ ਸਿਰਫ ਖੇਤੀਬਾੜੀ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਇਹਨਾਂ ਬਿੱਲਾਂ ਨੂੰ ਜਿਹੜਾ ਬੰਦਾ ਸਮਝਦਾ, ਜਿਹੜਾ ਵਿਅਕਤੀ ਸਮਝਦਾ, ਉਹਨੂੰ ਪਤਾ ਹੈ ਕਿ ਕਾਰਪੋਰੇਟ ਕਲਚਰ ਦਾ, ਕਾਰਪੋਰੇਟ ਹਾਊਸਿਸ ਦਾ ਸਾਡੇ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਖਤਰਾ ਜਿਹੜਾ ਹੈ ਉਹ ਸਾਹਮਣਾ ਕਰਨਾ ਪਏਗਾ। ਸੋ ਇਹ ਬੇਸਿਕਲੀ, ਹਾਲਾਂਕਿ ਕਾਰਪੋਰੇਟ ਹਾਊਸਿਸ ਪਹਿਲਾਂ ਤੋਂ ਹੀ ਆ ਚੁੱਕੇ ਨੇ, ਰਿਲਾਇੰਸ ਹੈ ਜਾਂ ਦੂਸਰੇ ਲੋਕ ਨੇ, ਅਡਾਨੀਜ਼ ਨੇ, ਛੋਟੇ ਬਹੁਤੇ ਲੈਵਲ ਦੇ ਉੱਤੇ ਉਹ ਕਾਫੀ ਦੇਰ ਤੋਂ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜੇ ਐਕਟਿਵ ਹੋਏ ਨੇ। ਲੇਕਿਨ ਇਹਨਾਂ ਖੇਤੀ ਬਿੱਲਾਂ ਦੇ ਆਉਣ ਤੋਂ ਬਾਅਦ
ਇੱਕਦਮ ਲੋਕਾਂ ਦੇ ਵਿੱਚ ਇਸ ਭਾਵਨਾ ਨੂੰ ਨੇ ਜਿਹੜਾ ਹੈ ਉਹਨਾਂ ਨੂੰ ਜਕੜ ਲਿਆ ਕਿ ਇਹ ਕਾਰਪੋਰੇਟ ਹਾਊਸਿਸ ਨੂੰ ਜੇ ਹੁਣ ਰੋਕਿਆ ਨਾ ਗਿਆ ਤਾਂ ਇਹ ਆਉਣ ਵਾਲੇ ਸਮੇਂ 'ਚ ਹੋਰ ਵੀ ਖਤਰਨਾਕ ਸਾਬਿਤ ਹੋਣਗੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਦੁਨੀਆ ਦੇ ਮੁਖਤਲਿਫ ਦੇਸ਼ਾਂ ਦੀਆਂ ਉਦਾਹਰਨਾਂ ਨੇ ਜਿੱਥੇ ਵੀ ਕਾਰਪੋਰੇਟਸ ਹਾਵੀ ਹੋਏ ਨੇ ਉੱਥੇ ਜੋ ਲੋਕਤੰਤਰ ਹੈ ਉਹਦਾ ਸਤਿਆਨਾਸ਼ ਹੋਇਆ, ਜਿਹੜੀ ਛੋਟੀ ਇਕਨੋਮੀ ਹੈ, ਛੋਟੇ ਫਾਰਮਰ ਦਾ, ਛੋਟੇ ਬਿਜ਼ਨਸ ਦਾ, ਮਿਡਲ ਕਲਾਸ ਦਾ ਨੁਕਸਾਨ ਹੋਇਆ, ਔਰ ਪੋਲੀਟੀਕਲ ਕਰਪਸ਼ਨ ਔਰ ਹਰ ਤਰ੍ਹਾਂ ਦੀ ਜਿਹੜੀ ਕ੍ਰਾਈਮ ਹੈ ਉਹਨਾਂ ਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅਫਰੀਕੀ ਦੇਸ਼ਾਂ ਦੇ ਵਿੱਚ ਚਲੇ ਜਾਈਏ, ਸਾਡੇ ਜਿਹੜੇ ਏਸ਼ੀਆਈ ਦੇਸ਼ ਨੇ, ਸੋ ਮਚ ਸੋ ਕਿ ਈਵਨ ਵੱਡੇ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਰਗੇ ਦੇਸ਼ ਦੀ ਅਸੀਂ ਗੱਲ ਕਰਦੇ ਹਾਂ ਜਿੱਥੇ ਕਿ ਲੋਕਤੰਤਰ ਦੀਆਂ ਜੜ੍ਹਾਂ ਬੜੀਆਂ ਮਜ਼ਬੂਤ ਨੇ, ਉੱਥੇ ਵੀ ਕਾਰਪੋਰੇਟ ਲੌਬੀ ਜਿਹੜੀ ਹੈ ਉਹ ਸਰਕਾਰ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਉੱਥੇ ਵੀ ਲੋਕ ਜਿਹੜੇ ਹੈ ਮਹਿਸੂਸ ਕਰਦੇ ਹੈ ਕਿ ਇਸ ਟੈਂਡੈਂਸੀ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਣ ਦੀ ਲੋੜ ਹੈ, ਨਹੀਂ ਤਾਂ ਇਹ ਆਉਣ ਵਾਲੇ ਕੱਲ੍ਹ ਲਈ ਸਾਰਿਆਂ ਵਾਸਤੇ ਬੜੀ ਖਤਰਨਾਕ ਹੋਏਗੀ। ਸੋ ਇਹ ਭਾਵਨਾ ਨਾਲ ਪੰਜਾਬ ਦੇ ਲੋਕ ਉੱਠੇ ਨੇ, ਭਾਵੇਂ ਸਾਹਮਣੇ ਖੇਤੀ ਬਿੱਲ ਹੀ ਨੇ, ਪਰ ਪਿੱਛੇ ਇਹ ਉਹਨਾਂ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਚਿੰਤਾ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਜੋੜਿਆ, ਇਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਰਿਲਾਇੰਸ ਜਿਹੜੇ ਸਟੋਰ ਨੇ ਉਹਨਾਂ ਦਾ ਬਾਈਕਾਟ ਕਰ ਦਿਓ, ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕਰ ਦਿਓ, ਅਡਾਨੀਆਂ ਦੇ ਮੋਗੇ ਜ਼ਿਲ੍ਹੇ ਦੇ ਵਿੱਚ ਕੁਝ ਗੋਦਾਮ ਨੇ ਉਹਨਾਂ ਨੂੰ ਕਹਿੰਦੇ ਬੰਦ ਕਰਵਾ ਦਿਓ ਤੇ ਗੋ ਬੈਕ ਗੋ ਦੇ ਨਾਅਰੇ ਲੱਗ ਰਹੇ ਨੇ। ਇਹ ਹੱਲ ਹੈ ਇਸ ਚੀਜ਼ ਦਾ? ਨਹੀਂ, ਇਹ ਇੱਕ ਸਿੰਬੋਲਿਕ ਐਕਟ ਹੈ। ਸਿੰਬੋਲਿਕ ਐਕਟ ਦਾ ਮਤਲਬ ਹੁੰਦਾ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ ਕਿ ਇਹ ਖਤਰਾ ਹੈ। ਕਾਰਪੋਰੇਟ ਹਾਊਸਿਸ ਜਾਂ ਪ੍ਰਾਈਵੇਟ ਐਂਟਰਪ੍ਰਾਈਜ਼ਸ ਜਿਹੜੇ ਹੈ ਉਹ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਉੱਥੋਂ ਦੀ ਲਾਈਫ ਦਾ ਹਿੱਸਾ ਹੁੰਦੇ ਨੇ, ਲੇਕਿਨ ਉਹਨਾਂ ਨੂੰ ਉੱਥੇ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਕਾਨੂੰਨ ਇੱਦਾਂ ਦੇ ਹੋਣ, ਸਾਡੀ ਜਿਹੜੀ ਸਰਕਾਰ ਹੈ ਉਹ ਐਡੀ ਸਟਰੋਂਗ ਹੋਵੇ ਔਰ ਲੋਕਾਂ ਦੇ ਵਿੱਚ ਇੰਨੀ ਅਵੇਅਰਨੈਸ ਹੋਵੇ ਕਿ ਉਹ ਆਪਣੀ ਜਿਹੜੀ ਸਥਿਤੀ ਹੈ, ਆਪਣਾ ਜਿਹੜਾ ਪੈਸਾ ਹੈ, ਆਪਣੀ ਜਿਹੜੀ ਦੌਲਤ ਹੈ ਉਸ ਦਾ ਮਿਸਯੂਜ਼ ਨਾ ਕਰ ਸਕਣ। ਪ੍ਰੋਬਲਮ ਉਹਨਾਂ ਦੇ ਮਿਸਯੂਜ਼ ਦੀ ਹੈ। ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ ਫ੍ਰੀ ਐਂਟਰਪ੍ਰਾਈਜ਼ਸ ਹੈ, ਵੈਸਟਰਨ ਯੂਰਪ ਜਾਂ ਅਮਰੀਕਾ ਦੇ ਦੇਸ਼ਾਂ ਦੇ ਵਿੱਚ, ਉੱਥੋਂ ਦੀ ਸਿਵਲ ਸੁਸਾਇਟੀ ਬੜੀ ਸਟਰੋਂਗ ਹੈ, ਉੱਥੋਂ ਦੀ ਸਰਕਾਰ ਜਿਹੜੀ ਹੈ ਲੋਕਾਂ ਦੀ ਪਰਵਾਹ ਕਰਦੀ ਹੈ। ਉਹ ਲੋਕਾਂ ਦੇ ਜਿਹੜੇ ਖਦਸ਼ੇ ਨੇ ਉਸ ਤਰ੍ਹਾਂ ਦੇ ਕਾਨੂੰਨ ਬਣਾ ਕੇ, ਜਾਂ ਲੋਕ ਹੀ ਇੰਨੇ ਜਿਹੜੇ ਹੈ ਉਹ ਸਜਗ ਨੇ ਕਿ ਕੁਝ ਵੀ ਇਸ ਤਰ੍ਹਾਂ ਦੀ ਹਰਕਤ ਹੋਵੇ ਤੇ ਲੋਕ ਸੜਕਾਂ ਤੇ ਨਿਕਲ ਆਉਂਦੇ ਨੇ, ਪ੍ਰੋਟੈਸਟ ਆਉਂਦਾ, ਔਰ ਸਰਕਾਰਾਂ ਜਾਂ ਕਾਰਪੋਰੇਟ ਹਾਊਸਿਸ ਸੋਚਦੇ ਹੀ ਨਹੀਂ। ਇਹ ਪ੍ਰੋਬਲਮ ਜਿਹੜੀ ਸਾਡੀ ਡਿਵੈਲਪਿੰਗ ਕੰਟਰੀਜ਼ ਹੈ, ਤਰੱਕੀ ਪਜ਼ੀਰ ਜਿਹੜੇ ਦੇਸ਼ ਨੇ, ਉਹਨਾਂ ਦੀ ਪ੍ਰੋਬਲਮ ਹੈ ਕਿ ਉੱਥੇ ਕਾਰਪੋਰੇਟ ਹਾਊਸਿਸ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ। ਤੁਸੀਂ ਜਿਸ ਤਰ੍ਹਾਂ ਮੈਂ ਹੁਣ ਕਿਹਾ ਕਿ ਸਾਡਾ ਜਿਹੜਾ ਪਹਿਲਾ ਪੰਜਾਬ ਦੇ ਵਿੱਚ ਹੀ ਐਕਟ ਪਾਸ ਹੋਇਆ ਉਹ 2013 ਚ ਅਕਾਲੀ ਗਵਰਨਮੈਂਟ ਸੀ, ਕੰਟਰੈਕਟ ਫਾਰਮਿੰਗ ਦਾ ਐਕਟ ਪਾਸ ਹੋਇਆ ਜਿਹਨੂੰ ਆਧਾਰ ਬਣਾ ਕੇ ਇਹ ਜਿਹੜੇ ਬਿੱਲ ਲਿਆਂਦੇ ਗਏ, ਔਰ ਉਸ ਤੋਂ ਹੀ ਬਾਅਦ ਜਿਹੜੇ ਹੈ ਅਡਾਨੀਆਂ ਦੇ ਕਹਿੰਦੇ ਜਿਹੜੇ ਗੋਦਾਮ ਦੇ ਵਿਚਲੀ ਰੇਲ ਹੈ ਉਹ ਜਿਹੜੀ ਪਟੜੀ ਕਿੱਥੇ ਪਟੜੀ ਬਣਨੀ ਸੀ, ਕਹਿੰਦੇ ਉਹ ਜ਼ਮੀਨ ਵੀ ਬਾਦਲ ਸਰਕਾਰ ਨੇ ਅਕਵਾਇਰ ਕਰਕੇ ਦਿੱਤੀ। ਹਾਂ, ਬਿਲਕੁਲ ਇਹ ਆ ਰਿਹਾ, ਲੇਕਿਨ ਅਨਫੋਰਚੂਨੇਟਲੀ ਕਿਉਂਕਿ ਸਾਡੀ ਸਿਵਲ ਸੁਸਾਇਟੀ ਉਨੀ ਸਟਰੋਂਗ ਨਹੀਂ ਹੈਗੀ, ਉਹ ਜਿਹੜਾ ਰਿਐਕਸ਼ਨ ਉਦੋਂ ਹੋਣਾ ਚਾਹੀਦਾ ਸੀਗਾ ਇਮੀਡੀਏਟਲੀ, ਉਹ ਇੰਨੇ ਸਾਲ ਬਾਅਦ ਹੋ ਰਿਹਾ ਕਿਉਂਕਿ ਹੁਣ ਸਿੱਧੀ ਕਿਸਾਨਾਂ ਨੂੰ ਸੇਫ ਪਹੁੰਚਿਆ ਇਸ ਐਕਟ ਦੇ ਨਾਲ। ਪਹੁੰਚ ਪਹਿਲਾਂ ਵੀ ਰਿਹਾ ਸੀ ਲੇਕਿਨ ਹੁਣ ਵਿਜ਼ੀਬਲੀ ਪਹੁੰਚਿਆ, ਇਸ ਕਰਕੇ ਲੋਕ ਉੱਠ ਖੜੇ ਹੋਏ ਆ। ਤਾਂ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਤਰੱਕੀ ਦੀ ਗੱਲ ਕੀਤੀ ਹੈ, ਤਰੱਕੀ ਤਾਂ ਭੋਗਲ ਸਾਹਿਬ ਭਾਰਤ ਦੇ ਵਿੱਚ ਅਜਿਹੀ ਹੈ ਕਿ ਯੂਪੀ ਦੇ ਵਿੱਚ ਇੱਕ ਲੜਕੀ ਦਾ ਰੇਪ ਹੋ ਜਾਂਦਾ ਹੈ ਤੇ ਧੱਕੇ ਦੇ ਨਾਲ ਜਿਹੜੀ ਪੁਲਿਸ ਉੱਥੋਂ ਦੀ ਹੈਗੀ ਆ ਉਹਦਾ ਸੰਸਕਾਰ ਕਰ ਦਿੰਦੀ ਹੈ ਜੀ। ਤਾਂ ਤੁਸੀਂ ਕਿਵੇਂ ਦੇਖਦੇ ਹੋ ਅਜਿਹੀਆਂ ਘਟਨਾਵਾਂ, ਰੇਪ ਤੋਂ ਬਾਅਦ ਰੇਪ ਹੋ ਰਿਹਾ ਕਿ ਕਿਹੋ ਜਿਹੀ ਤਰੱਕੀ ਹੈ ਮੋਦੀ ਸਰਕਾਰ ਦੇ ਵੱਲੋਂ? ਨਹੀਂ, ਤਰੱਕੀ ਨਹੀਂ ਉਸ ਨੂੰ ਕਿਹਾ ਜਾਏਗਾ। ਸਾਡੇ ਜਿਹੜੀ ਹੈ ਉਹ ਹੋਇਆ ਇਹ ਹੈ ਕਿ ਪਿਛਲੇ 70-72 ਸਾਲ ਦੇ ਵਿੱਚ ਕੁਝ ਚੀਜ਼ਾਂ ਇੰਡਸਟਰੀਅਲਾਈਜੇਸ਼ਨ ਹੋਈ, ਕੁਝ ਇਨਫਰਾਸਟ੍ਰਕਚਰ ਬਣੇ, ਲੇਕਿਨ ਸਮਾਜਿਕ ਤਰੱਕੀ ਜਿਹੜੀ ਹੈ ਉਸ ਤਰ੍ਹਾਂ ਦੀ ਨਹੀਂ ਹੋਈ। ਸੋਸ਼ਲ ਡਿਵੈਲਪਮੈਂਟ ਜਿਸ ਲੈਵਲ ਤੇ ਹੋਣੀ ਚਾਹੀਦੀ, ਖਾਸ ਤੌਰ ਤੇ ਇਹ ਜਿਹੜੀਆਂ ਸਾਡੀ ਕੇਂਦਰੀ ਭਾਰਤ ਦੀਆਂ ਸਟੇਟਸ ਨੇ, ਯੂਪੀ ਉਹਨਾਂ 'ਚ ਜਿਹੜੀ ਹੈ ਇੱਕ ਹੈ, ਔਰ ਉਹ ਸਾਰਾ ਜਿਹੜਾ ਜੋ ਕੁਝ ਯੂਪੀ 'ਚ ਹੋਇਆ ਇਹ ਪਹਿਲੀ ਵਾਰੀ ਨਹੀਂ ਹੋਇਆ। ਪਿੱਛੇ ਉਹ ਵਿਕਾਸ ਦੂਬੇ ਨਾਂ ਦਾ ਇੱਕ ਗੈਂਗਸਟਰ ਜਿਸ ਤਰੀਕੇ ਨਾਲ ਪੁਲਿਸ ਨੇ ਐਲੀਮੀਨੇਟ ਕੀਤਾ, ਉਸ ਤੋਂ ਇਲਾਵਾ ਉਸ ਤੋਂ ਪਹਿਲਾਂ ਵੀ ਫੂਲਨ ਦੇਵੀ ਵਰਗੇ ਜਿਹੜੇ ਬਾਅਦ ਲੋਕ ਸਭਾ ਦੀ ਮੈਂਬਰ ਬਣੀ, ਜਿਹੜੀ ਬੈਂਡਿਟ ਕੁਈਨ, ਉਸ ਤਰ੍ਹਾਂ ਦੇ ਕਰੈਕਟਰਸ ਨੇ ਜਿਹੜੇ ਉਹ ਯੂਪੀ ਦੇ ਵਿੱਚੋਂ ਪੈਦਾ ਹੁੰਦੇ ਰਹੇ ਨੇ। ਤਾਂ ਸਾਡੇ ਜਿਹੜੇ ਡਿਫਰੈਂਟ ਸਟੇਟਸ ਨੇ ਉਹਨਾਂ ਦੇ ਵਿੱਚ ਉਸ ਤਰ੍ਹਾਂ ਦੀ ਇੱਕ ਤਾਂ ਐਜੂਕੇਸ਼ਨ ਦਾ ਅਭਾਵ ਰਿਹਾ, ਉਸ ਤਰ੍ਹਾਂ ਦੀ ਜਿਹੜੀ ਲਿਟਰੇਸੀ ਬਣਨੀ ਚਾਹੀਦੀ ਸੀ ਉਹ ਨਹੀਂ ਹੋਈ। ਸੋਸ਼ਲ ਡਿਵੈਲਪਮੈਂਟ ਜਿਨ੍ਹਾਂ ਸਟੇਟਸ ਦੇ ਵਿੱਚ ਹੈ, ਜਿਸ ਤਰ੍ਹਾਂ ਸਾਡੀਆਂ ਦੱਖਣੀ ਭਾਰਤ ਦੀਆਂ ਸਟੇਟਸ ਹੈ, ਉੱਥੇ ਤੁਸੀਂ ਇਹੋ ਜਿਹੀ ਟੈਂਡੈਂਸੀ ਨਹੀਂ ਦੇਖੋਗੇ, ਲੇਕਿਨ ਇਹਨਾਂ ਸਟੇਟਸ ਦੇ ਵਿੱਚ ਜਾਤ ਬਰਾਦਰੀ ਦੀ ਪ੍ਰੋਬਲਮ ਹੈ। ਹੁਣ ਜਿਹੜਾ ਹਾਥਰਸ ਦੇ ਵਿੱਚ ਜੋ ਵੀ ਕਾਂਡ ਹੋਇਆ ਜਾਂ ਹੋਰ ਦਲਿਤ ਲੜਕੀਆਂ ਨਾਲ ਇਹ ਕਾਂਡ ਹੋ ਰਹੇ ਹੈ, ਉਹ ਉਸ ਦੇ ਪਿੱਛੇ ਜਿਹੜੀ ਉਸ ਸਟੇਟ ਦੀ ਕਾਸਟ ਇਕੁਏਸ਼ਨ ਹੈ ਉਹਦੀ ਬੜੀ ਪ੍ਰੋਬਲਮ ਹੈ। ਹਾਇਰ ਕਾਸਟ ਜਿਹੜੀਆਂ ਹੈ, ਠਾਕੁਰ ਹੈ ਜਾਂ ਜਿਹੜੇ ਦੂਸਰੇ ਲੋਕ ਨੇ ਜਿਹਨਾਂ ਨੂੰ ਸਵਰਨ ਜਾਤੀਆਂ ਕਿਹਾ ਜਾਂਦਾ ਹੈ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਦਲਿਤਾਂ ਦੇ ਬਾਰੇ ਉਹ ਬਹੁਤ ਜ਼ਿਆਦਾ ਹਲੇ ਵੀ ਬੜਾ ਨਿੰਦਨੀय ਹੈ। ਅਸੀਂ ਪੰਜਾਬ 'ਚ ਉਹਨੂੰ ਨਹੀਂ ਮਹਿਸੂਸ ਕਰਦੇ ਕਿਉਂਕਿ ਪੰਜਾਬ 'ਚ ਉਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਕਦੇ ਵੀ ਨਹੀਂ ਰਹੀ, ਚਾਹੇ ਉਹ ਸਾਡੇ ਗੁਰੂਆਂ ਦਾ ਪ੍ਰਭਾਵ ਰਿਹਾ ਹੋਵੇ ਜਾਂ ਸਾਡੇ ਜਨਰਲ ਈਥੋਸ ਇੱਦਾਂ ਦੇ ਨੇ।
ਤੇ ਲੇਕਿਨ ਇਹਨਾਂ ਸਟੇਟਸ ਦੇ ਵਿੱਚ ਕਾਸਟ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਕਾਸਟ ਬੇਸਡ ਕ੍ਰਾਈਮ ਹੈ, ਉਹ ਬਹੁਤ ਜ਼ਿਆਦਾ ਹੈ ਤੇ ਉਹ ਸਾਨੂੰ ਇਸ ਤਰ੍ਹਾਂ ਦੇਖਣ ਨੂੰ ਮਿਲਦੀ ਹੈ ਕਿ ਤੇ ਕੋਈ ਜਿਹੜੀ ਹੈ ਇਹ ਲੜਕੀ ਦਾ ਰੇਪ ਹੋਇਆ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰਸ ਐਲੀਮੀਨੇਟ ਹੋਏ ਜਾਂ ਪਹਿਲਾਂ ਤੋਂ ਜਿਹੜੇ ਇਹੋ ਜਿਹੇ ਕੇਸਿਸ ਹੁੰਦੇ ਰਹੇ। ਡਾਕੂਆਂ ਦੀ ਬੜੀ ਸਮੱਸਿਆ ਰਹੀ ਉੱਥੇ, ਉਹਨਾਂ ਡਾਕੂਆਂ ਨੂੰ ਵੀ ਇਸ ਤਰੀਕੇ ਨਾਲ ਐਲੀਮੀਨੇਟ ਕੀਤਾ ਗਿਆ। ਸੋ ਬੇਸਿਕਲੀ ਅੰਡਰ ਡਿਵੈਲਪਮੈਂਟ ਹੈ, ਲੈਕ ਆਫ ਐਜੂਕੇਸ਼ਨ ਹੈ, ਸੋਸ਼ਲ ਡਿਵੈਲਪਮੈਂਟ ਨਹੀਂ ਹੈ, ਸੋਸ਼ਲ ਬੈਕਵਰਡਨੈਸ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ। ਉਸ ਕਰਕੇ ਇਹ ਸਾਰਾ ਕੁਝ ਚੱਲੇਗਾ ਔਰ ਚੱਲਦਾ ਰਹੇਗਾ, ਆਉਣ ਵਾਲੇ ਕਾਫੀ ਸਾਲਾਂ ਤੱਕ ਚੱਲੇਗਾ ਕਿਉਂਕਿ ਇਮੀਡੀਏਟਲੀ ਉੱਥੇ ਸਿਚੁਏਸ਼ਨ ਨਹੀਂ ਬਦਲ ਸਕਦੀ। ਤੇ ਕਾਨੂੰਨ ਜਿਸ ਤਰ੍ਹਾਂ ਮੈਂ ਕਹਿੰਦਾ ਬਾਰ-ਬਾਰ ਕਿ ਕਾਨੂੰਨ ਤੁਸੀਂ ਜਿੰਨਾ ਮਰਜ਼ੀ ਵਧੀਆ ਬਣਾ ਲਓ, ਸੰਵਿਧਾਨ ਜਿੰਨਾ ਮਰਜ਼ੀ ਵਧੀਆ ਬਣਾ ਲਓ, ਜੇ ਤੁਹਾਡਾ ਪੋਲੀਟੀਕਲ ਸਿਸਟਮ, ਤੁਹਾਡਾ ਜਸਟਿਸ ਸਿਸਟਮ ਜਿਹੜਾ ਹੈ ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਸਿਸਟਮੈਟਿਕਲੀ ਕੰਮ ਨਹੀਂ ਕਰ ਰਿਹਾ, ਲੋਕਾਂ ਦੀਆਂ ਆਕਾਂਖਸ਼ਾਵਾਂ ਦੇ ਮੁਤਾਬਕ ਕੰਮ ਨਹੀਂ ਕਰ ਰਿਹਾ, ਤਾਂ ਉਸ ਕਾਨੂੰਨ ਦਾ ਕੁਝ ਵੀ ਬਣਾਇਆ ਜਾ ਸਕਦਾ ਹੈ। ਪੋਲੀਟੀਸ਼ੀਅਨਸ ਨੂੰ ਤਾਂ ਆਜ਼ਾਦੀ ਚਾਹੀਦੀ ਹੈ, ਖੁੱਲ੍ਹ ਚਾਹੀਦੀ ਹੈ, ਉਹ ਤਾਂ ਕਾਨੂੰਨ ਨੂੰ ਪੁੱਠਾ ਟੰਗ ਦਿੰਦੇ ਆ। ਸਾਡੇ ਸਾਹਮਣੇ ਹਜ਼ਾਰਾਂ ਐਗਜ਼ਾਮਪਲਸ ਨੇ, ਸਾਡੀ ਆਪਣੀ ਸਟੇਟ ਦੀਆਂ ਵੀ ਹੋਣਗੀਆਂ, ਦੂਸਰੀਆਂ ਸਟੇਟਸ ਵੀ ਨੇ। ਆ ਜੋ ਕੁਝ ਹੁਣ ਰਾਜਨੀਤੀ ਜਿਹੜੀ ਪਾਰਲੀਮੈਂਟ 'ਚ ਹੋਈ, ਰਾਜ ਸਭਾ 'ਚ ਹੋਈ, ਉਹ ਇੱਕ ਖੁੱਲ੍ਹਮ ਖੁੱਲ੍ਹਾ ਇਸ ਚੀਜ਼ ਦੀ ਉਦਾਹਰਨ ਹੈ ਕਿ ਜਦੋਂ ਉਹਨਾਂ ਦੇ ਹੱਥ ਆਉਂਦਾ ਹੈ ਕਿ ਉਹ ਸੰਵਿਧਾਨ ਦਾ ਕੁਛ ਨਾ ਕੁਛ ਬਣਾ ਦਿੰਦੇ ਆ, ਕਾਨੂੰਨ ਦਾ ਕੁਛ ਨਾ ਕੁਛ ਬਣਾ ਦਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਜਿਹੜੇ ਲੋਕ ਹੈ ਇਹ ਭੇਡਾਂ ਬੱਕਰੀਆਂ ਵਾਂਗ ਜਿਹੜੇ ਹੈ ਇਹਨਾਂ ਵੱਲੋਂ ਰਿਐਕਸ਼ਨ ਨਹੀਂ ਆਏਗਾ ਤੇ ਅਸੀਂ ਬਾਅਦ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਜੀ ਤਾਂ ਲੋਕ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਾਗਰੂਕ ਹੋ ਗਏ ਆ, ਲੀਡਰਾਂ ਨੂੰ ਸਵਾਲ ਪੁੱਛਣ ਲੱਗ ਗਏ ਆ। ਪਹਿਲਾਂ ਲੋਕ ਡਰਦੇ ਹੁੰਦੇ ਸੀ ਕਿਸੇ ਲੀਡਰ ਨੂੰ ਸਵਾਲ ਪੁੱਛਣ ਤੋਂ ਪਹਿਲਾਂ, ਤਾਂ ਹੁਣ ਇੱਕ ਤੋਂ ਬਾਅਦ ਇੱਕ ਸਵਾਲ, ਹਾਲਾਂਕਿ ਪੱਤਰਕਾਰ ਭਲਾ ਸਵਾਲ ਨਾ ਕਰਨ, ਕਿ ਮੀਡੀਆ ਦੇ ਵਿੱਚ ਵੀ ਬਹੁਤ ਲੋਕ ਇਹੋ ਜਿਹੇ ਆ ਜਿਹੜੇ ਵਿਕ ਚੁੱਕੇ ਆਪਾਂ ਕਹਿ ਸਕਦੇ ਹਾਂ, ਜਾਂ ਕੁਝ ਵਿਚਾਰਿਆਂ ਨੂੰ ਡਰਾ ਲਿਆ ਜਾਂਦਾ। ਤਾਂ ਫਿਰ ਲੋਕ ਨਹੀਂ ਹਟਦੇ, ਲੋਕ ਜ਼ਰੂਰ ਇਸ ਵਕਤ ਸਵਾਲ ਪੁੱਛ ਰਹੇ। ਤੁਹਾਨੂੰ ਲੱਗਦਾ ਨਹੀਂ ਕਿ ਪਿੱਛੇ ਨਾਲੋਂ ਜੇ ਆਪਾਂ ਪਿੱਛੇ ਦੀ ਗੱਲ ਕਰੀਏ ਤਾਂ ਹੁਣ ਦੇ ਵਕਤ ਦੇ ਵਿੱਚ ਲੋਕ ਕਾਫੀ ਜ਼ਿਆਦਾ ਜਾਗਰੂਕ ਹੋ ਚੁੱਕੇ? ਨਹੀਂ, ਲੋਕਾਂ ਦੀ ਜਾਗਰੂਕਤਾ ਵਧੀ ਹੈ, ਪੋਲੀਟੀਕਲ ਅਵੇਅਰਨੈਸ ਵੀ ਵਧੀ ਹੈ, ਲੇਕਿਨ ਜਿਹੜੀ ਇੱਕ ਚੀਜ਼ ਡਿਵੈਲਪਮੈਂਟ ਹੋਣੀ ਚਾਹੀਦੀ ਕਿ ਜਿਹੜੀ ਉਸ ਦੇ ਨਾਲ ਇੱਕ ਯੂਨੀਫਾਰਮ ਪਬਲਿਕ ਓਪੀਨੀਅਨ ਡਿਵੈਲਪ ਹੋਣੀ ਚਾਹੀਦੀ ਸੀਗੀ। ਲੋਕਾਂ ਨੂੰ ਜਿਹੜਾ ਹੈ ਇਕੱਠੇ ਹੋ ਕੇ ਉਸ ਦਾ ਕੋਈ ਪੋਲੀਟੀਕਲ ਜਿਹੜਾ ਫਰੰਟ ਬਣਾ ਕੇ ਕੁਛ ਹੋ ਕੇ, ਉਹ ਹਾਲੇ ਤੱਕ ਵੀ ਸਾਡੇ ਉਸ ਤਰ੍ਹਾਂ ਜਿਹੜੀ ਸਾਡੀ ਸੁਸਾਇਟੀ ਦੇ ਡਿਵੀਜ਼ਨਸ ਨੇ, ਲੋਕ ਸਵਾਲ ਪੁੱਛਦੇ ਆ ਲੇਕਿਨ ਲੋਕ ਅੱਜ ਵੀ ਉਹਨਾਂ ਵੰਡੀਆਂ ਦੇ ਨਾਲ ਪ੍ਰਭਾਵਿਤ ਹੋ ਜਾਂਦੇ। ਫੋਰ ਐਗਜ਼ਾਮਪਲ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਕਿਸਾਨ ਅੰਦੋਲਨ ਚੱਲ ਰਿਹਾ। ਅੱਜ ਇੱਥੇ ਕੋਈ ਖੁਦਾ ਨਾ ਖਾਸਤਾ, ਵਾਹਿਗੁਰੂ ਨਾ ਕਰੇ, ਇਹੋ ਜਿਹੀ ਕੋਈ ਘਟਨਾ ਹੋ ਜਾਏ ਜਿਹਦੇ ਨਾਲ ਕੋਈ ਸੰਪਰਦਾਇਵਾਦ ਹੋ ਜਾਏ, ਤਾਂ ਸ਼ਾਇਦ ਉਹ ਜਿਹੜਾ ਕਾਮਨ ਮਸਲਾ ਹੈਗਾ ਉਹ ਪਿੱਛੇ ਹਟ ਜਾਊਗਾ ਤੇ ਉਹ ਸੰਪਰਦਾਇਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅੱਗੇ ਆ ਜਾਣਗੀਆਂ। ਜਾਂ ਜਿਨ੍ਹਾਂ ਸਟੇਟਸ ਦੇ ਵਿੱਚ ਕਾਸਟਿਜ਼ਮ ਹੈ, ਤੁਸੀਂ ਉੱਥੇ ਕੋਈ ਕਾਸਟ ਬੇਸਡ ਕੋਈ ਇਸ ਤਰ੍ਹਾਂ ਦੀ ਹਰਕਤ ਕਰਵਾ ਲਓ ਜਾਂ ਹੋ ਜਾਵੇ ਖੁਦਾ ਨਾ ਖਾਸਤਾ, ਤਾਂ ਉਹ ਤੁਹਾਡੇ ਜਿਹੜਾ ਲੋਕਾਂ ਦੇ ਸਵਾਲ ਹੈ, ਜਿਹੜਾ ਲੋਕਤੰਤਰ ਹੈ, ਦੂਸਰੀਆਂ ਚੀਜ਼ਾਂ ਉਹ ਪਿੱਛੇ ਹੋ ਜਾਣਗੀਆਂ ਤੇ ਉਹ ਜਿਹੜੀ ਪੁਰਾਣੀ ਜਿਹੜਾ ਮਸਲੇ ਹੈ ਜਾਤ ਬਰਾਦਰੀ ਦੇ ਉਹ ਅੱਗੇ ਆ ਜਾਣਗੇ। ਇਸੇ ਚੀਜ਼ ਦਾ ਫਾਇਦਾ ਸਾਡੇ ਰਾਜਨੀਤਿਕ ਜਿਹੜੇ ਹੈਗੇ ਲੋਕ ਨੇ ਉਹਨਾਂ ਨੇ ਉਠਾਇਆ। ਸੱਤਾ ਨੂੰ ਹਾਸਲ ਕਰਨ ਵਾਸਤੇ ਉਹਨਾਂ ਨੇ ਉਹ ਕਿਸ ਵੀ ਲੈਵਲ ਤੱਕ ਗਿਰੇ ਨੇ ਉਹਦੇ ਬਾਰੇ ਮੇਰਾ ਖਿਆਲ ਕਹਿਣ ਦੀ ਲੋੜ ਨਹੀਂ, ਸਾਡੇ ਲੋਕ ਸਮਝਦੇ ਹੀ ਨੇ। ਸੋਸ਼ਲ ਮੀਡੀਆ ਤੇ ਬਾਰ-ਬਾਰ ਆ ਰਿਹਾ ਹੈਗਾ ਕਿ ਕਿੱਥੇ ਕੀ ਹੋਇਆ, ਕਿਹੋ ਜਿਹੇ ਜਿਹੜੀਆਂ ਹਰਕਤਾਂ ਕੀਤੀਆਂ ਗਈਆਂ ਤੇ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ। ਤਾਂ ਭੁੱਗਲ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਧੰਨਵਾਦੀ ਹਾਂ, ਤੁਹਾਡੇ ਚੈਨਲ ਦਾ ਵੀ, ਕਿ ਤੁਸੀਂ ਆਏ। ਮੇਰਾ ਖਿਆਲ ਹੈ ਕਿ ਮੇਰੇ ਵਿਚਾਰ ਜਿਹੜੇ ਹੈ ਉਹ ਕਿਸੇ ਹੱਦ ਤੱਕ ਸਾਡੇ ਦਰਸ਼ਕਾਂ ਲਈ ਸਾਰਥਕ ਹੋਣਗੇ। ਉਹਨਾਂ ਨੂੰ ਆਪਣੀ ਰਾਜਨੀਤਿਕ ਸਮਝ ਬੂਝ ਜਿਹੜੀ ਹੈ ਉਸ ਨੂੰ ਪਰਿਪੱਕਵ ਕਰਨ ਦੇ ਵਿੱਚ ਕੋਈ ਜੇ ਉਹ ਚੰਗੇ ਸਾਬਤ ਹੁੰਦੇ ਤਾਂ ਮੈਂ ਆਪਣੀ ਕੋਸ਼ਿਸ਼ ਸਮਝਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਪ੍ਰੋਫੈਸਰ PS ਭੁੱਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਭਾਰਤ ਦੇ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਜਿਹੜੀ PS ਭੁੱਗਲ ਦੇ ਵੱਲੋਂ ਤੁਹਾਡੇ ਨਾਲ ਕੀਤੀ ਗਈ ਹੈ, ਸਾਂਝੀ ਕੀਤੀ ਗਈ ਹੈ, ਉਹ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾ TV, ਲੁਧਿਆਣਾ।